ਸਰਨਾ ਸਾਹਿਬ ਨੇ ਜਾਂ ਬਾਦਲ ਧੜੇ ਦੇ ਕੁਝ ਆਗੂਆਂ ਨੇ ਇਹ ਮਿਥਿਆ ਹੋਇਆ ਹੈ ਕਿ ਅੰਦਰ ਆਪਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਸਮੇਤ ਜਿਹੜੇ ਹੋਰ ਸਿੰਘ ਨੇ ਉਹਨਾਂ ਨੂੰ ਸਰੋਪਾ ਦਵਾ ਦਿਆਂਗੇ ਤੇ ਬਾਅਦ ਵਿੱਚ ਇਹ ਗੱਲ ਬਣ ਜੂਗੀ ਕਿ ਦੇਖੋ ਜੀ ਖਾੜਕੂ ਖਾਲਿਸਤਾਨੀ ਜਥੇਬੰਦੀਆਂ ਨੇ ਵੀ ਮਾਨਤਾ ਦੇਤੀ। ਇੱਕ ਸੱਜਣ ਨੇ ਬੜੀ ਹਲੀਮੀ ਨਾਲ ਤੇ ਬੜੀ ਤਹਿਜ਼ੀਬ ਦੇ ਨਾਲ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਕਿ ਜੀ ਤੁਹਾਨੂੰ ਕੌਮ ਨੇ ਮਾਨਤਾ ਨਹੀਂ ਦਿੱਤੀ ਹੋਈ, ਕਿਰਪਾ ਕਰਕੇ ਤੁਸੀਂ ਇਹ ਸਰੋਪਾਓ ਜਿਹੜੇ ਨੇ ਉਹ ਨਾ ਦਿਓ। ਉੱਥੇ ਕੋਈ ਬਦਸਲੂਕੀ, ਕੋਈ ਹੁੱਲੜਬਾਜੀ, ਕੋਈ ਬਦਕਲਾਮੀ ਨਹੀਂ ਹੋਈ ਤੇ ਮੀਡੀਆ ਨੇ ਜਿਸ ਤਰੀਕੇ ਦਾ ਬਣਾ ਦਿੱਤਾ ਨਾ ਖਬਰ ਨੂੰ, ਉਹ ਸੁਣਨ ਵਾਲੇ ਨੂੰ ਇਉਂ ਲੱਗਦਾ ਵੀ ਜਿਵੇਂ ਉੱਥੇ ਪਤਾ ਨਹੀਂ ਕਿੰਨਾ ਕੁ ਜੂਤ ਪਤਾਣ ਹੋਇਆ, ਪੱਗੀ ਹੋਏ। ਜੇਕਰ ਇਹ ਗੱਲ ਉੱਥੇ ਇਹਨਾਂ ਦੇ ਮੀਡੀਆ ਨੂੰ ਮਸਾਲਾ ਨਾ ਮਿਲਦਾ ਸ਼ਾਇਦ ਇਹਨਾਂ ਨੇ ਭੋਗ ਦੀ ਚਰਚਾ ਵੀ ਨਹੀਂ ਸੀ ਕਰਨੀ। ਭਾਈ ਕੁਲਦੀਪ ਸਿੰਘ ਗੜਗੱਜ ਇੱਕ ਪਾਸੇ ਤਾਂ ਵਾਰ-ਵਾਰ ਕਹੀ ਜਾਂਦੇ ਆ ਕਿ ਆਪਾਂ ਜੀ 2 ਦਸੰਬਰ ਵਾਲੇ ਹੁਕਮਨਾਮੇ ਨੂੰ ਨਹੀਂ ਛੇੜਨਾ, ਦੂਜੇ ਪਾਸੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਲਕਿਆਂ ਦਾ ਸਿੱਖ ਸਿਆਸਤ ਵਿੱਚ ਪੈਰ ਧਰਾਵਾ ਕਰਨ ਲਈ ਯਤਨਸ਼ੀਲ। ਜੇਕਰ ਟੇਕ ਸਿੰਘ ਧਨੌਲੇ ਨੂੰ ਦਸਤਾਰਬੰਦੀ ਨਹੀਂ ਕਰਾਈ ਤਾਂ ਆਹ ਜਿਹੜਾ ਕੁਲਦੀਪ ਸਿੰਘ ਗੜਗੱਜ ਆ ਇਹਨੂੰ ਵੀ ਮੱਤ ਦੇਣੀ ਚਾਹੀਦੀ ਆ ਬਾਦਲ ਧੜੇ ਵਾਲਿਆਂ ਨੂੰ। ਜਿੰਨਾ ਟਾਈਮ ਅਸੀਂ ਆ ਸੇਵਾ ਨਿਯਮ ਘੜ ਕੇ ਉਹਦੇ ਰਾਹੀਂ ਆਪਦਾ ਕੋਈ ਜਥੇਦਾਰ ਨਵਾਂ ਨਹੀਂ ਲੈ ਆਉਂਦੇ, ਤੁਸੀਂ ਸ਼ਾਂਤੀ ਰੱਖੋ ਤੇ ਕੋਈ ਨਵਾਂ ਵਿਵਾਦ ਨਾ ਛੇੜੋ। ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਕਿੱਥੇ ਟੈਕ ਹੁੰਦਾ ਜੀ, ਸਰਨੇ ਅਰਗਿਆਂ ਦੇ ਪੰਪ ਚਾ ਕੇ ਤੇ ਬਾਦਲ ਧੜੇ ਦੇ ਵੀ ਕੁਝ ਉਹੋ ਜਿਹੇ ਹੈ ਸੱਜਣ, ਉਹ ਪੰਪ ਮਾਰਦੇ ਹੋਣੇ ਆ ਤੇ ਫਿਰ ਜਿਨ੍ਹਾਂ ਨੇ ਲਾਇਆ ਉਹਨੂੰ ਕੁਛ ਨਾ ਕੁਛ ਤਾਂ ਉਹ ਤੋਂ ਭਾਲਦੇ ਹੀ ਨੇ। ਹੁਣ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਕੇ ਜਿਹੜਾ ਚੱਲ ਰਿਹਾ ਧੜਾ ਆ ਉਹ ਬਾਦਲ ਧੜਾ। ਉਹ ਧੜੇ ਬਾਰੇ 2 ਦਸੰਬਰ ਦਾ ਹੁਕਮਨਾਮਾ ਪਹਿਲਾਂ ਹੀ ਐਲਾਨਿਆ ਹੋਇਆ ਵੀ ਇਹ ਤਾਂ ਜੀ ਅਯੋਗ ਨੇ। ਉਹਦੇ ਹੱਕ ਵਿੱਚ ਭੁਗਤਣ ਲਈ ਪੂਰਾ ਤਰਲੋ ਮੱਛੀ ਹੋਏ ਪਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਭਾਈ ਗੜਗੱਜ ਨੇ ਕੋਈ ਨਾ ਕੁਛ ਇਹੋ ਜਿਹਾ ਕਰ ਦੇਣਾ ਜਿਹਤੋਂ ਸਾਡਾ ਜਿਹੜਾ ਸੰਤਾਪ ਆ ਉਹ ਹੋਰ ਵਧੂ। ਚਲੋ ਕੋਈ ਲੜਾਈ ਝਗੜੇ ਤੋਂ ਕੁੱਤ ਕਲੇਸ਼ ਤੋਂ ਬਚਾਵ ਆ, ਪਰ ਜਿਸ ਰਾਹ ਦੇ ਉੱਤੇ ਗੜਗੱਜ ਸਾਹਿਬ ਤੁਰ ਪਏ ਨੇ ਤੇ ਸਰ ਨੇ ਉਹਨਾਂ ਨੇ ਤੋਰ ਲਏ ਨੇ, ਇਹ ਤਾਂ ਕੋਈ ਨਾ ਕੋਈ ਚੰਦ ਚੜੂਗਾ, ਸੰਕਟ ਵੀ ਵਧੂਗਾ, ਸੰਤਾਪ ਵੀ ਵਧੂਗਾ ਕੌਮ ਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਿਸਤਾਨੀ ਸੰਘਰਸ਼ ਦੇ ਯੋਧੇ ਭਾਈ ਮਹਿਲ ਸਿੰਘ ਬੱਬਰ ਜਿਹੜੇ ਕਿ ਭਾਈ ਸੁਖਦੇਵ ਸਿੰਘ ਬੱਬਰ ਦੇ ਭਰਾਤਾ, ਅੱਜ ਉਹਨਾਂ ਦੀ ਯਾਦ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ, ਉੱਥੇ ਉਹਨਾਂ ਦੀ ਯਾਦ ਵਿੱਚ ਤੁਰਕੀ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਖਾਲਿਸਤਾਨੀ ਖਾੜਕੂ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਜਥੇਬੰਦੀਆਂ, ਆਗੂ ਤੇ ਹੋਰ ਭੈਣ ਭਰਾ ਪਹੁੰਚੇ ਹੋਏ ਸੀ। ਜਿਹੜੇ ਖਾੜਕੂ ਲਹਿਰ ਦੌਰਾਨ ਸਿੰਘਾਂ ਨੇ ਵੋਢੀ ਬਣ ਕੇ ਕੌਮ ਦੀ ਸੇਵਾ ਕੀਤੀ, ਠਾਰਾਂ ਦਿੱਤੀਆਂ ਜਾਂ ਹੋਰ ਕਿਸੇ ਤਰੀਕੇ ਨਾਲ ਸੇਵਾ ਕੀਤੀ, ਉਹ ਆਪਣੇ ਪਿਆਰੇ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉੱਥੇ ਪਹੁੰਚੇ ਹੋਏ ਸੀ। ਤੇ ਸੁਭਾਵਕ ਗੱਲ ਆ, ਜਦੋਂ ਆਪਾਂ ਦਰਬਾਰ ਸਾਹਿਬ 'ਚ ਜਾਂਦੇ ਆ ਜਾਂ ਭਾਈ ਮਹਿਲ ਸਿੰਘ ਬੱਬਰ ਵਰਗੀ ਇੱਕ ਇਹੋ ਜਿਹੀ ਸ਼ਖਸੀਅਤ ਦੇ ਭੋਗ ਦੇ ਮੌਕੇ ਬੈਠੇ ਹੁੰਨੇ ਆ ਤਾਂ ਆਪਣੇ ਸਾਰਿਆਂ ਦੇ ਦਿਲ ਦਿਮਾਗ ਜਿਹੜੇ ਨੇ ਇੱਕ ਹੋਰ ਤਰੀਕੇ ਦਾ ਮਾਹੌਲ ਜਿਹੜਾ ਹੈਗਾ ਉਹ ਸਾਡੇ ਸਾਰਿਆਂ ਤੇ ਆਪਣੇ ਤੇ ਭਾਰੂ ਹੋਇਆ ਹੁੰਦਾ। ਤੋ ਇਸ ਮੌਕੇ ਜਦੋਂ ਬਾਣੀ ਦਾ ਪਾਠ ਕਰਨ ਉਪਰੰਤ ਕੀਰਤਨ ਹੋਇਆ, ਅਰਦਾਸ ਹੋਈ ਤੇ ਬਾਅਦ ਵਿੱਚ ਰਵਾਇਤ ਅਨੁਸਾਰ ਉੱਥੋਂ ਸਟੇਜ ਤੋਂ ਜਿਹੜੇ ਕਮਰੇ ਦੇ ਵਿੱਚ ਪ੍ਰਕਾਸ਼ ਕਰਕੇ ਇੱਕ ਛੋਟਾ ਜਿਹਾ ਕਮਰਾ, ਇੱਥੇ ਕਮਰੇ ਬਣੇ ਨੇ ਜਿੱਥੇ ਅੰਦਰ ਪਾਠ ਹੁੰਦਾ, ਬਾਹਰ ਸੰਗਤ ਲਈ ਸ਼ਾਮਿਆਨਾ ਲੱਗਿਆ ਹੁੰਦਾ। ਬਾਹਰ ਸਾਰੀ ਸੰਗਤ ਸੀ, ਅੰਦਰ ਕਮਰੇ ਦੇ ਵਿੱਚ ਥੋੜੇ ਜਿਹੇ ਸਿੰਘ ਹਾਜ਼ਰ ਸੀਗੇ ਤੇ ਉਥੋਂ ਅੰਦਰੋਂ ਇਹ ਬੋਲਿਆ ਗਿਆ ਵੀ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਤੇ ਹੋਰ ਜਿਹੜੇ ਕੁਝ ਨਾਂ ਬੋਲੇ ਗਏ ਕਿ ਉਹਨਾਂ ਨੂੰ ਸਰੋਪਾ ਉਹ ਜਿਹੜੇ ਨੇ ਉਹ ਬਖਸ਼ੇ ਜਾਣੇ ਹੈ। ਤੇ ਉਸ ਮੌਕੇ ਇੱਕ ਬੜੀ ਗੱਲ ਲੋਕਾਂ ਨੂੰ, ਸਾਰੀ ਸੰਗਤ ਨੂੰ ਦੇਖਣ ਨੂੰ ਅਜੀਬ ਜੀ ਲੱਗੀ ਕਿ ਅੰਦਰ ਪਹਿਲਾਂ ਹੀ ਜਿਹੜੇ ਬਾਦਲ ਧੜੇ ਵੱਲੋਂ ਪਿਛਲੇ ਦਿਨੀ ਜਥੇਦਾਰ ਐਲਾਨੇ ਗਏ ਆ ਤੇ ਜਿਨ੍ਹਾਂ ਬਾਰੇ ਸਭ ਨੂੰ ਪਤਾ ਕਿ ਚੋਰੀ ਛਪੋਰੀ
ਉਹਨਾਂ ਨੂੰ ਦਸਤਾਰਬੰਦੀ ਕਰਕੇ ਤੇ ਹੁਣ ਲੋਕਾਂ ਦੇ ਘਰਾਂ 'ਚ ਲੈ ਜਾਂਦੇ ਆ ਤੇ ਮੱਲੋ ਮੱਲੀ ਅਗਲਾ ਸਤਿਕਾਰ ਵਜੋਂ ਸਰੋਪਾ ਜਾਂ ਦਸਤਾਰ ਦਿੰਦਾ ਤੇ ਫਿਰ ਉਹ ਮੰਨ ਲਿਆ ਜਾਂਦਾ ਵੀ ਲਓ ਜੀ ਉਹਨੇ ਮਾਨਤਾ ਦੇਤੀ। ਘਰ ਘਰ ਜਾ ਕੇ ਦਸਤਾਰਾਂ ਜਿਹੜੀਆਂ ਨੇ ਉਹ ਲੈ ਕੇ ਇਸ ਤਰੀਕੇ ਨਾਲ ਜਿਹੜਾ ਚੱਲ ਰਿਹਾ ਕੰਮ ਆ, ਅੱਜ ਉਹੋ ਜਿਹੀ ਹੋਈ ਇੱਕ ਚਾਲ ਜਿਹੜੀ ਸੀ ਜਾਂ ਖੇਡ ਜਿਹੜੀ ਸੀ ਉਹ ਇਸ ਪ੍ਰੋਗਰਾਮ ਦੇ ਮੌਕੇ ਵੀ ਖੇਡੀ ਗਈ। ਤੇ ਦਿੱਲੀੋਂ ਪਰਮਜੀਤ ਸਿੰਘ ਸਰਨਾ ਜਿਹੜੇ ਕਿ ਅੱਜ ਕੱਲ ਬਾਦਲ ਧੜੇ ਦੇ ਨਾਲ ਰਲ ਕੇ ਚੱਲਦੇ ਨੇ, ਤੇ ਜਿਹੜਾ ਕੁਲਦੀਪ ਸਿੰਘ ਗੜਗਾਜਾ ਇਹ ਉਹਨਾਂ ਦਾ ਚਹੇਤਾ ਹੈ। ਤੋ ਸਰਨਾ ਸਾਹਿਬ ਵੀ ਪਧਾਰੇ ਹੋਏ ਸੀ। ਬੜੀ ਸਾਡੇ ਲਈ ਹੈਰਾਨੀ ਜੀ ਵਾਲੀ ਗੱਲ ਸੀ ਕਿ ਭਾਈ ਗਜਿੰਦਰ ਸਿੰਘ ਦੇ ਯਾਦ ਵਿੱਚ ਜਦੋਂ ਸਮਾਗਮ ਹੋਇਆ, ਚਲੋ ਉਹਨਾਂ ਦਾ ਤਾਂ ਕੱਦ ਕਾਠ ਜਾਂ ਉਹਨਾਂ ਦਾ ਪ੍ਰਭਾਵ ਇਹੋ ਜਿਹਾ ਸੀ ਕਿ ਬੜੀ ਵੱਡੀ ਗਿਣਤੀ ਵਿੱਚ ਜਦੋਂ ਬਾਬੇ ਗੁਰਬਖਸ਼ ਸਿੰਘ ਵਾਲੀ ਯਾਦਗਾਰ ਦੇ ਵਿੱਚ ਪ੍ਰੋਗਰਾਮ ਸੀ, ਸੰਗਤਾਂ ਤੇ ਹੋਰ ਲੀਡਰ ਹਰ ਸੈਕਸ਼ਨ ਜਿਹੜਾ ਸੀਗਾ ਉੱਥੇ ਹਾਜ਼ਰ ਸੀ। ਉਸ ਦਿਨ ਦੇ ਉਲਟ ਅੱਜ ਇਕੱਲੇ ਸਰਨਾ ਸਾਹਿਬ ਆਏ ਹੋਏ ਸੀਗੇ, ਬਾਕੀ ਕੋਈ ਬਹੁਤਾ ਉੱਥੇ ਅਕਾਲੀ ਸਫਾਂ ਚੋਂ ਜਾਂ ਬਾਦਲ ਧੜੇ ਚੋਂ ਜਾਂ ਹੋਰਨਾਂ ਚੋਂ ਨਹੀਂ ਸੀ। ਪਰ ਜਦੋਂ ਸਰੋਪਾ ਉਹ ਦੇਣ ਦਾ ਵਕਤ ਆਇਆ ਤਾਂ ਉਦੋਂ ਗੱਲ ਸਮਝ ਲੱਗੀ ਕਿ ਅਸਲ ਵਿੱਚ ਸਰਨਾ ਸਾਹਿਬ ਨੇ ਜਾਂ ਬਾਦਲ ਧੜੇ ਦੇ ਕੁਝ ਆਗੂਆਂ ਨੇ ਇਹ ਮਿਥਿਆ ਹੋਇਆ ਹੈ ਕਿ ਅੰਦਰ ਆਪਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਭਾਈ ਮਹਿਲ ਸਿੰਘ ਬੱਬਰ ਦੀ ਸਿੰਘਣੀ ਸਮੇਤ ਜਿਹੜੇ ਹੋਰ ਸਿੰਘ ਨੇ ਉਹਨਾਂ ਨੂੰ ਸਰੋਪਾ ਦਵਾ ਦਿਆਂਗੇ ਤੇ ਬਾਅਦ ਵਿੱਚ ਇਹ ਗੱਲ ਬਣ ਜੂਗੀ ਕਿ ਦੇਖੋ ਜੀ ਖਾੜਕੂ ਖਾਲਿਸਤਾਨੀ ਜਥੇਬੰਦੀਆਂ ਨੇ ਵੀ ਮਾਨਤਾ ਦੇਤੀ। ਹਾਲਾਂਕਿ ਉੱਥੇ ਜਿੱਥੇ ਅਸੀਂ ਬੈਠੇ ਸੀਗੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਹੁਦੇਦਾਰ ਬੈਠੇ ਸੀ। ਉਹਨਾਂ ਦੇ ਰਵੱਈਏ ਤੋਂ ਇਹੀ ਜਾਪਦਾ ਸੀ ਕਿ ਉਹ ਇਸ ਗੱਲ ਦੇ ਵਿੱਚ ਕੋਈ ਸਹਿਮਤ ਨਹੀਂ ਹੈਗੇ, ਪਰ ਉਹ ਇੱਕ ਸਿਸਟਮ ਦੇ ਵਿੱਚ ਤਾਂ ਬਾਦਲ ਧੜੇ ਦੇ ਨਾਲ ਹੀ ਚੱਲਦੇ ਨੇ। ਖੈਰ ਜਦੋਂ ਬਾਹਰ ਬੈਠਿਆਂ ਨੂੰ ਸੰਗਤਾਂ ਨੂੰ ਤਾਂ ਨਹੀਂ ਇਹ ਗੱਲ ਦਿਖੀ, ਪਰ ਅੰਦਰ ਜਦੋਂ ਇਹ ਗੱਲ ਮਹਿਸੂਸ ਹੋਈ ਹੋਣੀ ਆ ਉਸ ਕਮਰੇ ਦੇ ਵਿੱਚ, ਤਾਂ ਇੱਕ ਸੱਜਣ ਨੇ ਬੜੀ ਹਲੀਮੀ ਨਾਲ ਤੇ ਬੜੀ ਤਹਿਜ਼ੀਬ ਦੇ ਨਾਲ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕੀਤੀ ਕਿ ਜੀ ਤੁਹਾਨੂੰ ਕੌਮ ਨੇ ਮਾਨਤਾ ਨਹੀਂ ਦਿੱਤੀ ਹੋਈ, ਕਿਰਪਾ ਕਰਕੇ ਤੁਸੀਂ ਇਹ ਸਰੋਪਾਓ ਜਿਹੜੇ ਨੇ ਉਹ ਨਾ ਦਿਓ। ਤਾਂ ਤੁਰੰਤ ਉਹਨਾਂ ਨੇ ਗੱਲ ਮੰਨ ਵੀ ਲਈ। ਚੰਗਾ ਹੀ ਹੋਇਆ, ਕਹਿਣ ਵਾਲੇ ਸੱਜਣ ਨੇ ਵੀ ਕੋਈ ਉੱਚੀ ਸੁਰ ਵਿੱਚ ਨਹੀਂ ਬੋਲੇ, ਬੜੇ ਧੀਰਜ ਅਤੇ ਤਹੱਮਲ ਨਾਲ ਬੇਨਤੀ ਕੀਤੀ ਤੇ ਮੰਨਣ ਵੇਲੇ ਵੀ ਭਾਈ ਕੁਲਦੀਪ ਸਿੰਘ ਨੇ ਕੋਈ ਉਜ਼ਰ ਇਤਰਾਜ਼ ਨਹੀਂ ਕੀਤਾ। ਸਾਨੂੰ ਬਾਹਰ ਬੈਠਿਆਂ ਨੂੰ ਤਾਂ ਇਸ ਗੱਲ ਦਾ ਬਹੁਤਾ ਪਤਾ ਵੀ ਨਹੀਂ ਲੱਗਿਆ ਵੀ ਕਿਹਨੇ ਕਿਹਨੂੰ ਕੀ ਤੇ ਕਾਹਤੋਂ ਕੁਛ ਕਿਹਾ। ਇਹ ਅੰਦਰ ਅੰਦਰ ਉਸ ਕਮਰੇ ਦੇ ਗੱਲ 1-2 ਸਕਿੰਟ 'ਚ ਵਾਪਰੀ ਤੇ ਸਹੀ ਗੱਲ ਸੀ। ਜਿਸ ਵੀ ਸੱਜਣ ਨੇ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਸਰਦਾਰ ਜਰਨੈਲ ਸਿੰਘ ਸਖੀਰਾ, ਤੇ ਉਹਨਾਂ ਨੇ ਗੱਲ ਇਹ ਕਹੀ, ਪਰ ਹੈ ਸਾਡੀ ਸਾਰਿਆਂ ਦੀ ਵੀ ਭਾਵਨਾ ਸੀ। ਉੱਥੇ ਭਾਈ ਦਲਜੀਤ ਸਿੰਘ ਬਿੱਟੂ, ਭਾਈ ਕੰਵਰ ਸਿੰਘ ਧਾਮੀ, ਭਾਈ ਨਰਾਇਣ ਸਿੰਘ ਚੌੜਾ, ਭਾਈ ਕੰਵਰਪਾਲ ਸਿੰਘ, ਭਾਈ ਰਜਿੰਦਰ ਸਿੰਘ ਮੁਗਲਵਾਲ ਤੇ ਹੋਰ ਇਸ ਤਰੀਕੇ ਨਾਲ ਸਿੱਖ ਕੌਮ ਦੀ ਸੇਵਾ ਕਰਨ ਵਾਲੇ ਬਹੁਤ ਵੱਡੀ ਗਿਣਤੀ 'ਚ। ਹੁਣ ਸਾਡਾ ਸਾਰਿਆਂ ਦਾ ਹੀ ਇੱਕ ਤਰੀਕੇ ਨਾਲ ਇਹ ਤਾਂ ਹੈਗਾ ਹੀ ਹੈ ਨਾ ਵੀ ਅਸੀਂ ਜਿਹੜਾ ਜਥੇਦਾਰ ਬਾਦਲ ਧੜੇ ਨੇ ਇਸ ਤਰ੍ਹਾਂ ਚੋਰੀ ਛਪੂਰੀ ਜੇ ਲਾਇਆ, ਉਹਦੇ ਬਾਰੇ ਪੂਰੀ ਕੌਮ ਦੇ ਵਿੱਚ ਹੀ ਸਹਿਮਤੀ ਨਹੀਂ ਹੈਗੀ। ਤਾਂ ਸਾਡੀਆਂ ਧਿਰਾਂ ਧੜੇ ਜਥੇਬੰਦੀਆਂ ਤਾਂ ਬਹੁਤ ਲੰਮੇ ਅਰਸੇ ਤੋਂ ਉਲਟਾ ਮੰਗ ਕਰਦੇ ਆ ਰਹੇ ਆ ਵੀ ਤੁਸੀਂ ਜਿਹੜਾ ਸਨ 2000 ਦੇ ਵਿੱਚ 29 ਮਾਰਚ ਨੂੰ ਬਦਾਂਤੀ ਸਾਹਿਬ ਨੇ ਹੁਕਮ ਜਾਰੀ ਕੀਤਾ ਸੀ, ਉਹਦੇ ਅਨੁਸਾਰ ਤਾਕਤਾਂ ਦੇ ਤੇ ਹੋਰਨਾਂ ਅਹੁਦਿਆਂ ਦੇ ਸੇਵਾ ਨਿਯਮ ਜਥੇਦਾਰਾਂ ਦੇ ਘੜੋ ਤੇ ਉਹਦੇ ਅਨੁਸਾਰ ਜਥੇਦਾਰ ਲਾਓ। ਸੋ ਇਸ ਗੱਲ ਦੇ ਉੱਤੇ ਸਾਡੀ ਸਾਰਿਆਂ ਦੀ ਹੋਈ ਇੱਕ ਤਰੀਕੇ ਨਾਲ ਖਾਮੋਸ਼ ਸਹਿਮਤੀ ਸੀਗੀ। ਪਰ ਚੰਗਾ ਹੋਇਆ ਕਿ ਭਾਈ ਜਰਨੈਲ ਸਿੰਘ ਸਖੀਰੇ ਨੇ ਉਹ ਬੇਨਤੀ ਕਰਤੀ ਤੇ ਭਾਈ ਕੁਲਦੀਪ ਸਿੰਘ ਗੜਗੱਜ ਨੇ ਮੰਨ ਵੀ ਲਈ। ਬਾਅਦ ਵਿੱਚ ਉਹ ਸਾਰੇ ਸਰੋਪਾਵਾਂ ਦੀ ਬਖਸ਼ਿਸ਼ ਹੋਣ ਤੋਂ ਬਾਅਦ ਵਿੱਚ ਉੱਥੇ ਬਾਅਦ ਵਿੱਚ ਸ਼੍ਰੋਮਣੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਹੇਠਲੇ ਜਿਹੜੇ ਭੋਰਾ ਸਾਹਿਬ ਆ ਉੱਥੇ ਗੁਰੂ ਕੇ ਲੰਗਰ ਦੇ ਇੰਤਜ਼ਾਮ ਵੀ ਕੀਤੇ ਹੋਏ ਸੀਗੇ ਤੇ ਸਾਰੀ ਸੰਗਤ ਤਕਰੀਬਨ ਉੱਥੇ ਅੱਜ, ਕਿਉਂਕਿ ਭਾਈ ਨਰਾਇਣ ਸਿੰਘ ਚੌੜਾ 2 ਦਸੰਬਰ ਨੂੰ ਜਿਹੜਾ ਅਕਾਲ ਤਖਤ ਸਾਹਿਬ ਤੇ ਵਾਪਰਿਆ, ਉਸ ਤੋਂ ਬਾਅਦ 4 ਨੂੰ ਉਹ ਗੋਲੀ ਕਾਂਡ ਹੋਇਆ। ਹੁਣ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਦਰਬਾਰ ਸਾਹਿਬ ਆਏ ਸੀ। ਇਸ ਕਰਕੇ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਸੀਗਾ।
ਉਹਨਾਂ ਦੇ ਨਾਲ ਨੌਜਵਾਨ ਜਾਂ ਹੋਰ ਭੈਣ ਭਰਾ ਗੱਲਾਂ ਬਾਤਾਂ ਕਰ ਰਹੇ ਸੀ। ਫੋਟੋਆਂ ਖਿਚਾਉਣ ਵਾਲੇ, ਕੈਮਰਿਆਂ ਵਾਲੇ, ਮੀਡੀਆ ਵਾਲਿਆਂ ਨੂੰ ਵੀ ਹੁੰਦਾ ਵੀ ਇਸ ਮੌਕੇ ਕੋਈ ਗੱਲ ਅਸੀਂ ਕਰੀਏ। ਸੋ ਜਦੋਂ ਅਸੀਂ ਉਸ ਭੋਗ ਤੋਂ ਬਾਅਦ ਵਿੱਚ ਹੇਠਾਂ ਗੁਰੂ ਘਰ ਲੰਗਰ ਵਗੈਰਾ ਛਕਣ ਚ ਜਾਂ ਹੋਰਨਾਂ ਗੱਲਾਂ ਚ ਉਲਝ ਗਏ ਤਾਂ ਕਿਸੇ ਨੇ ਵੀ ਇਹ ਗੱਲ ਦਾ ਕੋਈ ਨੋਟਿਸ ਨਹੀਂ ਲਿਆ ਕਿ ਉੱਥੇ ਅੰਦਰ ਕੀ ਵਾਪਰਿਆ ਸੀ, ਕਿਉਂਕਿ ਉਹ ਗੱਲ ਕੋਈ ਏਡੀ ਅਹਿਮ ਹੈ ਨਹੀਂ ਸੀ। ਪਰ ਜਦੋਂ 10 ਕੁ ਵਜੇ ਤੱਕ ਵਿਹਲੇ ਹੋ ਕੇ ਘਰਾਂ 'ਚ ਪਹੁੰਚੇ ਆ ਤਾਂ YouTube ਚੈਨਲਾਂ ਦੇ ਉੱਤੇ ਆ ਕੇ ਦੇਖਿਆ ਕੜਮੱਸ ਮੱਚੀ ਪਈ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਰੌਲਾ ਰੱਪਾ ਪਿਆ ਹੋਇਆ ਕਿ ਦੇਖੋ ਜੀ ਜਥੇਦਾਰ ਨੂੰ ਖਾੜਕੂਆਂ ਨੇ ਉੱਥੇ ਰੱਦ ਕਰਤਾ ਤੇ ਖਾਲਿਸਤਾਨੀ ਜਥੇਬੰਦੀਆਂ ਦੇ ਆਗੂਆਂ ਨੇ ਉਹਨੂੰ ਸਰੂਪਾ ਤੋਂ ਮਨਾ ਕਰਤਾ। ਹਾਲਾਂਕਿ ਗੱਲ ਐਡੀ ਉੱਥੇ ਵਾਪਰੀ ਨਹੀਂ ਸੀ, ਪਰ ਇਹ ਗੱਲ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਕੱਲ੍ਹ ਦੇ ਅਖਬਾਰਾਂ 'ਚ ਵੀ ਇੱਥੇ ਇਹਨੂੰ ਲੂਣ ਮਸਾਲਾ ਲਾ ਕੇ ਅਗਲੇ ਪੂਰਾ ਪੇਸ਼ ਕਰਨਗੇ। ਪਰ ਅਸੀਂ ਇਹ ਸਮਝਦੇ ਹਾਂ ਬਈ ਭਾਈ ਕੁਲਦੀਪ ਸਿੰਘ ਗੜਗੱਜ ਨੇ ਵੀ ਚੰਗੇ ਸਲੀਕੇ ਨਾਲ ਹੀ ਇਸ ਮੌਕੇ ਆਪਦਾ ਤਹਿਜ਼ੀਬ ਨਾਲ ਹੀ ਵਿਹਾਰ ਕੀਤਾ ਹੈ ਤੇ ਉੱਥੇ ਕੋਈ ਬਦਸਲੂਕੀ, ਕੋਈ ਹੁੱਲੜਬਾਜੀ, ਕੋਈ ਬਦਕਲਾਮੀ ਨਹੀਂ ਹੋਈ। ਤੇ ਮੀਡੀਆ ਨੇ ਜਿਸ ਤਰੀਕੇ ਦਾ ਬਣਾ ਦਿੱਤਾ ਨਾ ਖਬਰ ਨੂੰ, ਉਹ ਸੁਣਨ ਵਾਲੇ ਨੂੰ ਇਉਂ ਲੱਗਦਾ ਵੀ ਜਿਵੇਂ ਉੱਥੇ ਪਤਾ ਨਹੀਂ ਕਿੰਨਾ ਕੁ ਜੂਤ ਪਤਾਣ ਹੋਇਆ, ਪੱਗੀ ਹੋਏ। ਇਹ ਗੱਲ ਬੜੀ ਮਾੜੀ ਲੱਗੀ। ਚਲੋ ਇਹ ਗੱਲ ਤਾਂ ਖਬਰ ਲਾਉਣ ਵਾਲਿਆਂ ਨੇ ਬਣਾਉਣੀ ਹੀ ਹੁੰਦੀ ਆ। ਜੇ ਉਹ ਕਹਿ ਰਹੇ ਨੇ ਕਿ ਜੀ ਉੱਥੇ ਉਹਨਾਂ ਨੇ ਮਾਨਤਾ ਨਹੀਂ ਦਿੱਤੀ, ਇਹ ਤਾਂ ਇੱਕ ਗੱਲ ਹੈ, ਮਾਨਤਾ ਵਾਲੀ ਗੱਲ ਤੋਂ ਤਾਂ ਕੋਈ ਇਨਕਾਰ ਨਹੀਂ। ਪਰ ਜਿਸ ਤਰੀਕੇ ਨਾਲ ਇਹਨੂੰ ਬਹੁਤ ਜ਼ਿਆਦਾ ਦਿਖਾਇਆ ਜਾ ਰਿਹਾ ਵਧਾ ਚੜਾ ਕੇ, ਇਹਦੀ ਸਾਨੂੰ ਸਾਰਿਆਂ ਨੂੰ ਸਮਝ ਹੋਣੀ ਚਾਹੀਦੀ ਆ ਵੀ ਇਹ ਤਕਲੀਫ ਜਿਹੜੀ ਆ ਵੀ ਏਦਾਂ ਸਾਡੇ ਨਿੱਕੇ ਨਿੱਕੇ ਮਸਲਿਆਂ ਨੂੰ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕਿੱਥੇ ਤਾਂ ਅਸੀਂ ਅੱਜ ਭਾਈ ਮਹਿਲ ਸਿੰਘ ਦੀ ਯਾਦ ਵਿੱਚ ਉੱਥੇ ਸਿਰਫ ਜੁੜੇ ਸਾਂ। ਸਾਡਾ ਇੱਕ ਯੋਧਾ, ਸਾਡੀ ਕੌਮ ਦਾ ਸੇਵਾਦਾਰ, ਜਿਹਨੇ ਪਰਦੇ ਦੇ ਪਿੱਛੇ ਰਹਿ ਕੇ ਬਹੁਤ ਵਧੀਆ ਤਰੀਕੇ ਨਾਲ ਔਰ ਸਾਰੀ ਉਮਰ ਜਾਣੀ ਕਿ ਉਹ ਲੇਖੇ ਲਾ ਗਏ ਸਿੰਘ ਸਾਡੇ, ਤੇ ਉਹ ਗੱਲ ਵੱਲ ਚਰਚਾ ਹੋਣ ਦੀ ਥਾਂ ਜੇਕਰ ਇਹ ਗੱਲ ਉੱਥੇ ਇਹਨਾਂ ਦੇ ਮੀਡੀਆ ਨੂੰ ਮਸਾਲਾ ਨਾ ਮਿਲਦਾ, ਸ਼ਾਇਦ ਇਹਨਾਂ ਨੇ ਭੋਗ ਦੀ ਚਰਚਾ ਵੀ ਨਹੀਂ ਸੀ ਕਰਨੀ। ਪਰ ਹੁਣ ਪੂਰਾ ਰੌਲਾ ਗੋਲਾ ਇਸ ਮੌਕੇ ਵੀ ਚੈਨਲਾਂ ਦੇ ਉੱਤੇ ਸੱਦ ਕੇ ਲੱਗੇ ਹੋਏ ਨੇ। ਉਹ ਇਸ ਸਾਰੀ ਗੱਲ 'ਚ ਮੈਂ ਇੱਕ ਹੋਰ ਗੱਲ ਦੇਖੀ ਵੀ ਜਿਹੜਾ ਉਹ ਗੁਰਪ੍ਰੀਤ ਸਿੰਘ ਝੱਬਰ ਆ, ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਤੇ ਬਾਦਲ ਦਲ ਨੂੰ ਅੱਜ ਕੱਲ ਉਹ ਲੱਭਿਆ ਹੋਇਆ, ਮੀਡੀਆ ਨੂੰ ਵੀ ਲੱਭਿਆ ਹੋਇਆ ਕਹਿ ਦਿੰਦੇ। ਪਤਾ ਨਹੀਂ ਉਸ ਸੱਜਣ ਨੂੰ ਕੀ ਬੁਖਾਰ ਚੜਿਆ ਬਈ, ਜਦੋਂ ਉਹਨੂੰ ਚੈਨਲਾਂ ਵਾਲਿਆਂ ਨੇ 10-11 ਵਜੇ ਫੋਨ ਕੀਤਾ ਹੈ, ਜਿੰਨਾ ਉਸ ਨੇ ਇਸ ਗੱਲ ਨੂੰ ਤੁਖਣੀ ਦਿੱਤੀ ਆ, ਜਿੰਨਾ ਇਸ ਗੱਲ ਨੂੰ ਉਹਨੇ ਜਿਵੇਂ ਕਹਿ ਦਈਏ ਵੀ ਲਾਂਬੂ ਹੀ ਲਾਤੇ। ਗੱਲ ਤਾਂ ਇੰਨੀ ਕੀ ਸੀ ਨਾ ਵੀ ਉਹ ਕਹਿੰਦਾ ਵੀ ਦੇਖੋ ਜੀ ਇਹ ਜਥੇਦਾਰ ਦੇ ਨਾਂ ਦੇ ਉੱਤੇ ਅਜੇ ਵਿਵਾਦ ਸਾਡੀ ਕੌਮ 'ਚ ਹੈ, ਬਹੁਤ ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨੇ ਮਾਨਤਾ ਨਹੀਂ ਦਿੱਤੀ ਹੋਈ ਤੇ ਸਾਨੂੰ ਪਤਾ ਵੀ ਇਹ ਜਿਹੜੀਆਂ ਧਿਰਾਂ ਅੱਜ ਭਾਈ ਮਹਿਲ ਸਿੰਘ ਜੀ ਦੀ ਯਾਦ ਵਿੱਚ ਉੱਥੇ ਜੁੜੀਆਂ ਸੀ, ਇਹ ਵੀ ਸਾਡੀ ਕੌਮ ਦਾ ਬਹੁਤ ਅਹਿਮ ਹਿੱਸਾ ਨੇ ਤੇ ਇਹਨਾਂ ਨੇ ਵੀ ਉੱਥੇ ਕੋਈ ਬਦਸਲੂਕੀ ਤੇ ਬਦਕਲਾਮੀ ਜਦੋਂ ਨਹੀਂ ਕੀਤੀ, ਕੋਈ ਹੁੱਲੜਬਾਜੀ ਨਹੀਂ ਹੋਈ ਤੇ ਸਲੀਕੇ ਨਾਲ ਸਾਰਾ ਨਿਬੜ ਗਿਆ। ਤੇ ਇਹਨਾਂ ਦਾ ਇਹ ਮਤਲਬ ਆ ਕਿ ਅਸੀਂ ਅਜੇ ਉਹਨਾਂ ਨੂੰ ਜਥੇਦਾਰ ਨਹੀਂ ਮੰਨਿਆ ਹੋਇਆ ਤੇ ਅਜੇ ਚੱਲ ਰਹੀ ਆ ਗੱਲ ਕਿ ਉਹ ਸੇਵਾ ਨਿਯਮ ਘੜੇ ਜਾਣ। ਸੋ ਗੱਲ ਤਾਂ ਇਸ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਸੀ, ਪਰ ਝੱਬਰ ਨੇ ਫਿਰ ਪੂਰਾ ਜਾਣ ਕੇ ਫਿਰ ਚੈਨਲ ਨਾਲ ਨੇ ਸਖੀਰੇ ਨੂੰ ਲਾ ਲਿਆ ਫੋਨ। ਕਾਫੀ ਅੱਜ ਬਦਮਗਜੀ ਜੀ ਪੈਦਾ ਹੋਈ। ਸੋ ਇਹ ਗੱਲ ਬਾਅਦ ਵਿੱਚ ਚਰਚਾ 'ਚ ਚੱਲੀ ਤੇ ਦੁਪਹਿਰੋਂ ਬਾਅਦ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਵੀ ਮੀਡੀਆ ਤੇ ਲਿਖ ਕੇ ਪਾਇਆ ਕਿ ਭਾਈ ਕੁਲਦੀਪ ਸਿੰਘ ਗੜਗੱਜ ਟਲ ਨਹੀਂ ਰਹੇ, ਜਾਂ ਤਾਂ ਉਹ ਖਾਮੋਸ਼ ਹੋ ਜਾਣ ਜਦੋਂ ਤੱਕ ਸ਼੍ਰੋਮਣੀ ਕਮੇਟੀ ਹੁਣ ਪੂਰੇ ਧੜੱਲੇ ਨਾਲ, ਕਿਉਂਕਿ ਧਾਮੀ ਸਾਹਿਬ ਨੇ ਜਿੱਦਣ ਉਹ ਪਹਿਲੇ ਦਿਨ ਆਏ ਆ ਘਰੋਂ ਲਿਖ ਕੇ ਲੈ ਆਏ ਸੀਗੇ ਵੀ ਜਥੇਦਾਰਾਂ ਦੇ ਸੇਵਾ ਨਿਯਮ ਘੜਨ ਵਾਲਾ ਹੁਕਮਨਾਮਾ ਜਿਹੜਾ ਉਹ ਲਾਗੂ ਕਰਨਾ ਹੈ, ਤੇ ਹੁਣ ਤਾਂ ਰੋਜ਼ ਹੀ ਸੋਸ਼ਲ ਮੀਡੀਆ ਤੇ ਵੀ ਪਾ ਰਹੇ ਨੇ ਤੇ ਇਸ਼ਤਿਹਾਰ ਅਖਬਾਰਾਂ 'ਚ ਦਿੱਤੇ ਨੇ ਕਿ 20 ਅਗਸਤ ਤੱਕ ਦੇ ਦਿਓ ਜੀ ਜਿਹਨੇ ਜਥੇਦਾਰਾਂ ਦੇ ਬਾਰੇ ਸੇਵਾ ਨਿਯਮ ਘੜਨ ਦੇ ਬਾਰੇ ਕੋਈ ਰਾਏ ਦੇਣੀ ਆ। ਤੇ ਉਹ ਲੱਗੇ ਹੋਏ ਨੇ ਕਿ ਅਸੀਂ ਬੜੀ ਛੇਤੀ ਜਿਹੜੇ ਆ ਜਥੇਦਾਰ ਉਹ ਸੇਵਾ ਨਿਯਮ ਘੜ ਕੇ ਉਹਦੇ ਅਨੁਸਾਰ ਨਵੇਂ ਸਿਸਟਮ ਅਨੁਸਾਰ ਦੇਣੇ ਆ। ਤੇ ਜਿਸ ਤਰੀਕੇ ਨਾਲ ਬਾਬੇ ਟੇਕ ਸਿੰਘ ਧਨੌਲੇ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ
ਜਿਹੜੀ ਦਸਤਾਰਬੰਦੀ ਆ ਉਹ ਨਹੀਂ ਕਰਵਾਈ ਗਈ, ਰੋਕਿਆ ਹੋਇਆ। ਤੇ ਉਸ ਹਿਸਾਬ ਨਾਲ ਲੱਗਦਾ ਹੈਗਾ ਕਿ ਸ਼ਾਇਦ ਧਾਮੀ ਸਾਹਿਬ ਨੇ ਬਾਦਲ ਧੜੇ ਨੂੰ ਇਸ ਗੱਲ ਲਈ ਮਨਾ ਲਿਆ ਹੋਵੇ ਕਿ ਮੈਨੂੰ ਬਖਸ਼ੋ ਤੇ ਮੈਂ ਤਾਂ ਹੁਣ ਇਸ ਮਸਲੇ ਉੱਤੇ ਕੁਝ ਰਾਹ ਸਿਰਾ ਬਣਾ ਕੇ ਹੀ ਹਟੂੰਗਾ। ਪਰ ਜੇਕਰ ਟੇਕ ਸਿੰਘ ਧਨੌਲੇ ਨੂੰ ਦਸਤਾਰਬੰਦੀ ਨਹੀਂ ਕਰਾਈ ਤਾਂ ਆਹ ਜਿਹੜਾ ਕੁਲਦੀਪ ਸਿੰਘ ਗੜਗੱਜ ਆ ਇਹਨੂੰ ਵੀ ਮੱਤ ਦੇਣੀ ਚਾਹੀਦੀ ਆ ਬਾਦਲ ਧੜੇ ਵਾਲਿਆਂ ਨੂੰ ਵੀ ਤੁਸੀਂ ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਦੇ ਤੌਰ ਤੇ ਉੱਥੇ ਚਲੋ ਹੈਗੇ ਹੀ ਹੋ, ਇੱਧਰ ਤੁਹਾਨੂੰ ਕਾਰਜਕਾਰੀ ਜਥੇਦਾਰ ਐਲਾਨਿਆ ਹੋਇਆ। ਜਿੰਨਾ ਟਾਈਮ ਅਸੀਂ ਆ ਸੇਵਾ ਨਿਯਮ ਘੜ ਕੇ ਉਹਦੇ ਰਾਹੀਂ ਆਪਦਾ ਕੋਈ ਜਥੇਦਾਰ ਨਵਾਂ ਨਹੀਂ ਲੈ ਆਉਂਦੇ, ਤੁਸੀਂ ਸ਼ਾਂਤੀ ਰੱਖੋ ਤੇ ਕੋਈ ਨਵਾਂ ਵਿਵਾਦ ਨਾ ਛੇੜੋ। ਪਰ ਜਿਵੇਂ ਕਹਿੰਦੇ ਹੁੰਦੇ ਆ ਵੀ ਕਿੱਥੇ ਟੈਕ ਹੁੰਦਾ ਜੀ, ਸਰਨੇ ਅਰਗਿਆਂ ਦੇ ਪੰਪ ਚਾ ਕੇ ਤੇ ਬਾਦਲ ਧੜੇ ਦੇ ਵੀ ਕੁਛ ਉਹੋ ਜਿਹੇ ਹੈ ਸੱਜਣ, ਉਹ ਪੰਪ ਮਾਰਦੇ ਹੋਣੇ ਆ ਤੇ ਫਿਰ ਜਿਨ੍ਹਾਂ ਨੇ ਲਾਇਆ ਉਹਨੂੰ ਉਹ ਕੁਛ ਨਾ ਕੁਛ ਤਾਂ ਉਹ ਤੋਂ ਭਾਲਦੇ ਹੀ ਨੇ। ਤੋ ਜਿਵੇਂ ਅੱਜ ਇਹ ਗੱਲ ਬਣੀ, ਇਵੇਂ ਹੀ ਕੱਲ ਵੀ ਇੱਕ ਚੈਨਲ ਦੇ ਉੱਤੇ ਗੜਗੱਜ ਸਾਹਿਬ ਬੋਲੀ ਜਾ ਰਹੇ ਸੀ ਕਿ ਜਿਹੜਾ ਅਕਾਲ ਤਖਤ ਸਾਹਿਬ ਆ ਜਾਂ ਅਕਾਲੀ ਧੜੇ ਜਿੰਨੇ ਵੀ ਨੇ ਉਹ ਸਾਰਿਆਂ ਦਾ ਮਾਣ ਆ ਜੀ। ਮਤਲਬ ਕਿ ਭਾਈ ਕੁਲਦੀਪ ਸਿੰਘ ਗੜਗੱਜ ਇੱਕ ਪਾਸੇ ਤਾਂ ਵਾਰ-ਵਾਰ ਕਹੀ ਜਾਂਦੇ ਆ ਕਿ ਆਪਾਂ ਜੀ 2 ਦਸੰਬਰ ਵਾਲੇ ਹੁਕਮਨਾਮੇ ਨੂੰ ਨਹੀਂ ਛੇੜਨਾ, ਦੂਜੇ ਪਾਸੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਦਲਕਿਆਂ ਦਾ ਸਿੱਖ ਸਿਆਸਤ ਵਿੱਚ ਪੈਰ ਧਰਾਵਾ ਕਰਨ ਲਈ ਯਤਨਸ਼ੀਲ ਨੇ। ਹੁਣ ਜੇਕਰ ਬਾਦਲ ਧੜੇ ਨੂੰ ਵੀ ਉਹੀ ਮਾਣ ਸਤਿਕਾਰ ਇੱਜ਼ਤ ਵਕਾਰ ਹਾਸਲ ਹੈ ਜਿਹੜਾ ਉਸ ਅਕਾਲੀ ਧੜੇ ਨੂੰ ਹੀ ਹੋਣਾ ਚਾਹੀਦਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ। ਹੁਣ ਜਿਹੜੀ ਭਰਤੀ 5 ਮੈਂਬਰੀ ਕਮੇਟੀ ਰਾਹੀਂ ਹੋ ਰਹੀ ਆ ਉਹ ਤਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਬਣਨ ਜਾ ਰਹੇ ਅਕਾਲੀ ਦਲ ਬਾਰੇ, ਤੇ ਜਿਹੜਾ ਬਾਦਲ ਧੜੇ ਨੇ ਚੰਦ ਚਾੜਿਆ ਨਾ ਤਾਂ ਉਹਨਾਂ ਨੇ ਹੁਕਮਨਾਮਾ ਪੂਰਾ ਮੰਨਿਆ ਤੇ ਉਲਟਾ ਉਹਨਾਂ ਨੇ ਆਪਦੀ ਮਰਜ਼ੀ ਨਾਲ ਹੀ ਨਵੀਂ ਹੀ ਵਿਆਖਿਆ ਕੱਢਤੀ ਕਿ ਜੀ 5 ਮੈਂਬਰੀ ਜਾਂ 7 ਮੈਂਬਰੀ ਕਮੇਟੀ ਦਾ ਕੰਮ ਤਾਂ ਇਕੱਲਾ ਨਿਗਰਾਨੀ ਕਰਨਾ ਵਾ। ਇਹ ਝੂਠ ਬੋਲ ਰਹੇ ਆ ਬਾਦਲ ਧੜੇ ਵਾਲੇ। ਉਸ ਤੋਂ ਬਾਅਦ ਭਰਤੀ ਆਪੇ ਹੀ ਕਰਕੇ ਝੂਠ ਬੋਲੀ ਜਾਂਦੇ ਆ ਵੀ 35 ਲੱਖ ਬੰਦਾ ਸਾਨੂੰ ਭਰਤੀ ਕਰ ਗਿਆ, ਪਤਾ ਨਹੀਂ 30 ਲੱਖ ਕਰ ਗਿਆ। ਉਸ ਤੋਂ ਅੱਗੇ ਫਿਰ ਉਹ ਆਪਦੇ ਵਾਲੀ ਭਰਤੀ ਨੂੰ ਅੱਗੇ ਦੀ ਅੱਗੇ ਤੋਰ ਕੇ ਪ੍ਰਧਾਨ ਬਣਾਉਣ ਵਾਲੇ ਪਾਸੇ ਨੂੰ, ਜਾਣੀ ਕਿ ਜਿਹੜਾ 2 ਦਸੰਬਰ ਵਾਲੇ ਹੁਕਮਨਾਮੇ ਦਾ ਮੇਨ ਹਿੱਸਾ ਸੀ ਕਿ ਜੀ ਅਕਾਲ ਤਖਤ ਸਾਹਿਬ ਇਹ ਮੰਨਦਾ ਹੈ ਕਿ 40 ਸਾਲਾਂ ਤੋਂ ਆ ਜਿਹੜੀ ਬਾਦਲ ਧੜੇ ਵਾਲੀ ਲੀਡਰਸ਼ਿਪ ਆ ਇਹ ਅਯੋਗ ਸਾਬਤ ਹੋਈ ਆ। ਹੁਣ ਇਹਦਾ ਮਤਲਬ ਉਹ ਕਿ ਤਾਂ ਵੱਜ ਗਈ ਕਾਠੀ ਤੇ ਨਵੀਂ ਜਿਹੜੀ ਇਹ ਨਵੇਂ ਅਕਾਲੀ ਦਲ ਦੀ ਸਿਰਜਣਾ ਲਈ ਉਹਨਾਂ ਨੇ 7 ਮੈਂਬਰੀ ਕਮੇਟੀ ਐਲਾਨਤੀ, ਜਿਹਦੇ ਚੋਂ 2 ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਤੋਂ ਲੱਗੀ ਹੋਈ ਇਹ ਡਿਊਟੀ, ਇਹ ਜ਼ਿੰਮੇਵਾਰੀ, ਇਹ ਸੇਵਾ ਤੋਂ ਬਾਗੀ ਕਰਵਾ ਲੇ। ਕੋਈ ਮੰਨ ਸਕਦਾ ਵੀ ਜਿਹੜਾ ਧਾਮੀ ਸਾਹਿਬ ਆ ਜਾਂ ਬਡੂੰਗਰ ਸਾਹਿਬ ਨੇ ਆਪਦੇ ਮਰਜ਼ੀ ਨਾਲ ਕੀਤਾ ਹੋਣਾ? ਇਹ ਤਾਂ ਬਾਦਲਕਿਆਂ ਦਾ ਪ੍ਰੈਸ਼ਰ ਹੈ ਕਿ 5 ਜਿਹੜੀ ਇਹ ਭਰਤੀ ਕਮੇਟੀ ਆ ਇਹਦਾ ਭੋਗ ਪਾਓ, ਇਹਨੂੰ ਖਰਾਬ ਕਰੋ। ਸੋ 2 ਤਾਂ ਇਸ ਤਰੀਕੇ ਨਾਲ ਇਹਨਾਂ ਨੇ ਬਾਗੀ ਕਰਵਾਤੇ, ਕਲੰਕੀ ਖੱਟਿਆ ਉਹਨਾਂ ਨੇ। ਇਤਿਹਾਸ ਵਿੱਚ ਤਾਂ ਦਰਜ ਹੋਊਗਾ ਹੀ ਨਾ ਵੀ ਅਕਾਲ ਤਖਤ ਸਾਹਿਬ ਤੋਂ ਡਿਊਟੀ ਲੱਗੀ ਸੀ ਤੇ ਇਹ ਉਹ ਤੋਂ ਭਗੌੜੇ ਹੋ ਗਏ ਸੀ। ਬਾਕੀ ਜਿਹੜੇ 5 ਨੇ ਉਹਨਾਂ ਨੇ ਜਦੋਂ ਗਿਆਨੀ ਰਘਬੀਰ ਸਿੰਘ ਦੇ ਹੁਕਮ ਮੰਨਦਿਆਂ ਕੰਮ ਸ਼ੁਰੂ ਕਰਤਾ, ਫਿਰ ਉਹਨਾਂ ਨੇ ਉਹਨਾਂ ਨੂੰ ਵੀ ਜਥੇਦਾਰੀ ਤੋਂ ਫਾਰਗ ਕਰਤਾ। ਹੁਣ ਅਕਾਲ ਤਖਤ ਸਾਹਿਬ ਤੋਂ ਭਗੌੜਾ ਹੋ ਕੇ ਜਿਹੜਾ ਚੱਲ ਰਿਹਾ ਧੜਾ ਹੈ ਉਹ ਬਾਦਲ ਧੜਾ। ਉਹ ਧੜੇ ਬਾਰੇ 2 ਦਸੰਬਰ ਦਾ ਹੁਕਮਨਾਮਾ ਪਹਿਲਾਂ ਹੀ ਐਲਾਨਿਆ ਹੋਇਆ ਵੀ ਇਹ ਤਾਂ ਜੀ ਅਯੋਗ ਨੇ। ਉਹਦੇ ਹੱਕ ਵਿੱਚ ਭੁਗਤਣ ਲਈ ਪੂਰਾ ਤਰਲੋ ਮੱਛੀ ਹੋਏ ਪਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ। ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਇਹ ਸਾਰੀ ਜਿਹੜੀ ਕਾਰਗੁਜ਼ਾਰੀ ਆ ਕਿ ਬਾਦਲ ਧੜੇ ਨੂੰ ਉਹਨਾਂ ਸਿੱਖਾਂ ਦੇ ਬਰਾਬਰ ਮੰਨਿਆ ਜਾਣਾ ਜਿਨ੍ਹਾਂ ਦਾ ਅਕਾਲ ਤਖਤ ਸਾਹਿਬ ਦੇ ਵਿੱਚ ਪੂਰਨ ਭਰੋਸਾ ਤੇ ਉਹਦੇ ਅਨੁਸਾਰ ਚੱਲ ਰਹੇ ਨੇ। ਹੁਣ ਇਹ ਉਵੇਂ ਦੀ ਗੱਲ ਹੈ ਜਿਵੇਂ ਮੈਂ ਕਹਿੰਦਾ ਹੁੰਨਾ ਕਿ ਇੱਕ ਸਿੱਖ ਤਾਂ ਉਹ ਨੇ ਜਿਹੜੇ ਇੰਡੀਅਨ ਸਟੇਟ ਦੇ ਜ਼ੁਲਮਾਂ ਦੇ ਖਿਲਾਫ 1978 ਤੋਂ ਲੜੇ ਅੜੇ ਤੇ ਮਰੇ, ਜਾਣੀ ਕਿ ਉਹ ਸਾਡੇ ਸ਼ਹੀਦ ਜਿਨ੍ਹਾਂ ਨੇ ਭਾਰਤੀ ਹਕੂਮਤ ਦੇ ਜ਼ਬਰ ਦਾ ਟਾਕਰਾ ਕਰਦਿਆਂ ਹੋਇਆਂ ਸ਼ਹਾਦਤਾਂ ਪਾਈਆਂ। ਉਹਨਾਂ ਲਈ ਜਦੋਂ ਉਹਨਾਂ ਦੇ ਸਮਾਗਮ ਹੁੰਦੇ ਆ, ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਅਰਦਾਸ ਕਰਦੇ ਆ, ਕਹਿੰਦੇ ਆ ਕਿ ਸੱਚੇ ਪਾਤਸ਼ਾਹ
ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਹੁਣ ਦੂਜੇ ਪਾਸੇ ਉਹ ਸਿੱਖ ਪੁਲਸੀਏ ਨੇ ਜਿਨ੍ਹਾਂ ਨੇ ਇੰਡੀਅਨ ਸਟੇਟ ਦੇ ਹੱਥ ਟੋਕੇ ਬਣ ਕੇ ਸਿੱਖਾਂ ਉੱਤੇ ਜ਼ੁਲਮ ਕੀਤਾ, ਕਤਲ ਕੀਤਾ, ਔਰ ਕਤਲ ਕਰਨ ਮੌਕੇ ਸਿੱਖਾਂ ਨੂੰ ਜਿਹੜਾ ਢੰਗ ਤਰੀਕਾ ਮਤਲਬ ਕਦੇ ਸੋਚਿਆ ਹੀ ਨਹੀਂ ਜਾ ਸਕਦਾ, ਜਿਸ ਤਰੀਕੇ ਕਦੇ ਮੁਗਲਾਂ ਪਠਾਣਾ ਨੇ ਵੀ ਨਹੀਂ ਵਰਤੇ, ਉਹ ਤਰੀਕੇ ਸਾਡੇ ਤੇ ਵਰਤੇ ਸਿੱਖ ਪਰਿਵਾਰਾਂ 'ਚ ਜੰਮੇ। ਜਦੋਂ ਹੁਣ ਇਹ ਮਰਦੇ ਆ ਸਵਰਨੇ ਘੋਟਣੇ ਵਰਗੇ ਹੋਰ ਕਈ, ਜਦੋਂ ਇਹ ਮਰ ਜਾਂਦੇ ਆ ਪੁਲਸੀਏ, ਫਿਰ ਇਹਨਾਂ ਦੇ ਲਈ ਵੀ ਉਹੀ ਪਾਠੀ ਪਾਠ ਕਰਨ ਚਲੇ ਜਾਂਦੇ ਨੇ, ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਾਠ ਕਰਕੇ, ਕੀਰਤਨ ਕਰਕੇ, ਅਰਦਾਸੀਆ ਕਹਿ ਰਿਹਾ ਹੁੰਦਾ ਕਿ ਜੀ ਇਸ ਜਾਂ ਪਾਪੀ ਲਈ ਵੀ ਉਹੀ ਬੇਨਤੀ, ਤੇ ਜਿਹੜਾ ਉਹਦਾ ਜ਼ੁਲਮ ਦਾ ਸ਼ਿਕਾਰ ਹੋਇਆ ਸਿੱਖ ਆ, ਜਿਹੜਾ ਕੌਮ ਵੱਲੋਂ ਸਾਡਾ ਸਤਿਕਾਰਤ ਜੀਵ ਆ, ਉਹਦੇ ਲਈ ਵੀ ਉਹੀ ਅਰਦਾਸ। ਇਸ ਗੱਲ ਦੇ ਉੱਤੇ ਅਸੀਂ ਚਿੰਤਾ ਜਾਂ ਇਸ ਬਾਰੇ ਵਿਚਾਰ ਪਹਿਲਾਂ ਵੀ ਕਈ ਵਾਰ ਕੀਤਾ। ਇਹ ਜਿਹੜਾ ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਗਦੜ ਚੌਂਤ ਜੀ ਪਾ ਰਹੇ ਨੇ, ਇਹ ਵੀ ਇਵੇਂ ਦੀ ਆ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਭਗੌੜੇ ਬਾਦਲ ਧੜੇ ਨੂੰ ਵੀ ਬਰਾਬਰ ਦਾ ਸਤਿਕਾਰ, ਕਿਉਂਕਿ ਇਸੇ ਕੰਮ ਲਈ ਤਾਂ ਲਿਆਂਦਾ ਉਹਨੂੰ, ਵਿਚਾਰੇ ਨੂੰ ਕਰੇ ਕੀ। ਹੁਣ ਇਹਦੇ ਵਿੱਚੋਂ ਜਿਹੜੀ ਗੱਲ ਜਥੇਦਾਰ ਪੰਜੋਲੀ ਨੇ ਅੱਜ ਮੀਡੀਆ 'ਚ ਲੈ ਕੇ ਆਂਦੀ ਆ ਵੀ ਕਦੇ ਨਾ ਕਦੇ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਭਾਈ ਗੜਗੱਜ ਨੇ ਕੋਈ ਨਾ ਕੁਛ ਇਹੋ ਜਿਹਾ ਕਰ ਦੇਣਾ ਜਿੱਤੋਂ ਸਾਡਾ ਜਿਹੜਾ ਸੰਤਾਪ ਆ ਉਹ ਹੋਰ ਵਧੂ। ਅਸੀਂ ਤਾਂ ਸ਼ੁਕਰ ਕਰਦੇ ਹਾਂ ਸਾਰੀ ਕੌਮ ਹੀ ਕਿ ਚਲੋ ਇੱਕ ਮਸਲਾ ਬਣਿਆ ਵਾ ਤੇ ਉਹਦਾ ਕੋਈ ਹੱਲ ਕੱਢਣ ਵਾਲੇ ਪਾਸੇ ਨੂੰ ਵੀ ਲੋਕ ਲੱਗੇ ਹੋਏ ਨੇ। ਜਥੇਦਾਰਾਂ ਦੇ ਮਸਲੇ ਉੱਤੇ ਚਲੋ ਸੇਵਾ ਨੇ ਬਣ ਜਾਣਗੇ, ਕਿਉਂਕਿ ਵੈਸੇ ਤਾਂ ਇਹ ਗੱਲ ਲੋਟ ਹੀ ਨਹੀਂ ਸੀ ਆਉਣੀ। ਕਿਹਨੇ ਉਸ ਹੁਕਮਨਾਮੇ ਨੂੰ ਜਿਹੜਾ ਸਨ 2000 ਚ ਬਦੰਤੀ ਨੇ ਜਾਰੀ ਕੀਤਾ, ਕਿਹਨੇ ਪੁੱਛਣਾ ਸੀ? ਇਹ ਤਾਂ ਮਾਹੌਲ ਬਣਦਾ ਹੁੰਦਾ ਜਿਹਦੇ ਵਿੱਚੋਂ ਕੋਈ ਗੱਲ ਨਿਕਲ ਆਉਂਦੀ ਹੁੰਦੀ ਹੈ। ਤੇ ਚਲੋ ਕੋਈ ਲੜਾਈ ਝਗੜੇ ਤੋਂ, ਕੁੱਤ ਕਲੇਸ਼ ਤੋਂ ਬਚਾਅ ਆ, ਪਰ ਜਿਸ ਰਾਹ ਦੇ ਉੱਤੇ ਗੜਗੱਜ ਸਾਹਿਬ ਤੁਰ ਪਏ ਨੇ ਤੇ ਸਰਨੇ ਉਹਨਾਂ ਨੇ ਤੋਰ ਲਏ ਨੇ, ਇਹ ਤਾਂ ਕੋਈ ਨਾ ਕੋਈ ਚੰਦ ਚੜੂਗਾ, ਸੰਕਟ ਵੀ ਵਧੂਗਾ, ਸੰਤਾਪ ਵੀ ਵਧੂਗਾ ਕੌਮ ਦਾ, ਕਿਉਂਕਿ ਕੋਈ ਸਮਝਾਉਣ ਵਾਲਾ ਤਾਂ ਹੈ ਨਹੀਂ ਬਾਦਲ ਕਿਆਂ ਨੂੰ ਵੀ ਤੁਸੀਂ ਐ ਨਾ ਕਰੋ। ਉੱਥੇ ਤਾਂ ਸਾਰਾ ਪੰਪ ਮਾਰੂ ਮਹਿਕਮਾ ਹੈ। ਆਪਾਂ ਦੇਖ ਹੀ ਰਹੇ ਆ ਬਈ ਲੋਕ ਤਾਂ ਇਹ ਕਹਿ ਰਹੇ ਸੀ ਵੀ ਜੇ ਕਿਤੇ ਗੋਲੀ ਚਲਾਉਣ ਵਾਲੀ ਵਾਰਦਾਤ ਜਦੋਂ ਅਸਫਲ ਹੋ ਗਈ, ਜਦੋਂ ਭਾਈ ਨਰਾਇਣ ਸਿੰਘ ਚੌੜਾ ਨੂੰ ਫੜ ਲਿਆ ਗਿਆ, ਉਸ ਤੋਂ ਬਾਅਦ ਵਿੱਚ ਲੋਕ ਕਈਆਂ ਨੇ ਇਹ ਗੱਲ ਆਖੀ ਵੀ ਜੇ ਕਿਤੇ ਸਰਦਾਰ ਸੁਖਬੀਰ ਸਿੰਘ ਬਾਦਲ ਐਲਾਨ ਕਰ ਦੇਣ ਕਿ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ, ਇਹਨੂੰ ਗੁੱਸਾ ਸੀ, ਅਸੀਂ ਤਾਂ ਉਹ ਗੁਨਾਹ ਉੱਥੇ ਮੰਨ ਹੀ ਲਏ, ਉਹਨਾਂ ਗੁਨਾਹਾਂ ਦਾ ਹੀ ਇਹਨਾਂ ਨੂੰ ਸਾਡੇ ਤੇ ਰੋਸ ਆ, ਤੇ ਮੈਂ ਇਹਦੇ ਤੇ ਵੀ ਸ਼ਾਇਦ ਇਹਦੇ ਨਾਲ ਕੋਈ ਗੱਲ ਹੋਰ ਪਾਸੇ ਨੂੰ ਤੁਰ ਗਈ। ਪਰ ਜਿਹੜੇ ਭਰਾ ਇਦਾਂ ਦੀ ਗੱਲ ਸੋਚਦੇ ਸੀ ਉਹਨਾਂ ਲਈ ਅੱਜ ਇਹ ਖਬਰ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਔਖਾ ਕਰਨ ਵਾਲੀ ਆ ਕਿ ਅੱਜ ਅਰਸ਼ਦੀਪ ਸਿੰਘ ਕਲੇਰ ਬਾਦਲ ਧੜੇ ਨੂੰ ਲੈ ਗਿਆ ਫਿਰ ਉੱਥੇ ਹਾਈ ਕੋਰਟ 'ਚ ਕਿ ਜੀ ਭਾਈ ਨਰਾਇਣ ਸਿੰਘ ਚੌੜੇ ਨੂੰ ਤਾਂ ਬੜੀ ਸੌਖੀ ਜ਼ਮਾਨਤ ਮਿਲ ਗਈ ਤੇ ਉਹਨੂੰ ਤਾਂ ਜੀ ਐ ਹੋ ਗਿਆ ਤੇ ਉਹ ਹੋ ਗਿਆ ਜੀ। ਉਹ ਹਾਈ ਕੋਰਟ 'ਚੋਂ ਹੁਣ 30 ਅਪ੍ਰੈਲ ਲਈ ਕਹਿੰਦੇ ਹੋ ਗਿਆ ਹੈਗਾ ਨੋਟਿਸ। ਗੱਲ ਇਹ ਹੈ ਕਿ ਭਾਈ 2 ਦਸੰਬਰ ਤੋਂ ਲੈ ਕੇ ਜਿੱਦਣ ਤੱਕ ਜ਼ਮਾਨਤ ਹੋਈ ਆ, ਇਦੋਂ ਪਹਿਲਾਂ ਚਲਾਨ ਹੋਇਆ ਤੇ ਤੁਹਾਨੂੰ ਪੈਰਾਂ ਨੂੰ ਮਹਿੰਦੀ ਲੱਗੀ ਹੋਈ ਸੀ, ਤੁਸੀਂ ਸਰਕਾਰਾਂ ਚਲਾਈਆਂ ਨੇ, ਤੁਸੀਂ ਕਹਿੰਦੇ ਵੀ ਆਓ ਭਾਈ ਸਾਡੇ ਬਿਆਨ ਲਿਖੋ, ਜਿਹੜੇ ਤੁਹਾਡੇ ਬੰਦਿਆਂ ਦੇ ਬਿਆਨ ਤੁਹਾਨੂੰ ਹਾਈ ਕੋਰਟ 'ਚ ਜਾ ਕੇ ਅੱਜ ਚੇਤਾ ਆਇਆ ਵੀ ਅਸੀਂ ਬਿਆਨ ਨਹੀਂ ਲਿਖੇ ਸਰਕਾਰ ਨੇ, ਤੇ ਉਹ ਬਿਆਨ ਉਦੋਂ ਲਿਖਾ ਦਿੰਦੇ, ਤੁਹਾਨੂੰ ਕੌਣ ਰੋਕਦਾ ਸੀ? ਦੂਜੀ ਗੱਲ, ਜੇਕਰ ਤੁਹਾਨੂੰ ਸਟੇਟ ਉੱਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੁਲਿਸ ਉੱਤੇ ਇਹੀ ਭੁੱਲਰ ਹੋਣੀ ਤੁਹਾਡੇ ਵੇਲੇ ਸੀ, ਇਹਨਾਂ ਨੇ ਸਾਡੇ ਨਾਲ ਘੱਟ ਕੀਤੀ ਆ, ਇਹੀ ਪੁਲਿਸ ਅਫਸਰ ਬਾਦਲ ਕਿਆਂ ਦੇ ਹੁਕਮਾਂ ਦੇ ਉੱਤੇ ਸਿੱਖ ਨੌਜਵਾਨਾਂ ਤੇ ਘਾਣ ਕਰਦੇ ਰਹੇ ਨੇ। ਲੁਧਿਆਣੇ ਮਾਫ ਕਰਨਾ ਜਗਰਾਵੀ, ਇਹ 2007 ਵਿੱਚ ਭੁੱਲਰ ਇਹੀ ਸੀ ਜਦੋਂ ਸਾਡੇ ਸਾਰੇ 25 ਨੌਜਵਾਨਾਂ ਦੇ ਉੱਤੇ ਲੁਧਿਆਣੇ ਅਤੇ ਜਗਰਾਵੀ, ਮੇਰੇ ਖੁਦ ਪਿਓ ਨੂੰ, ਮੇਰੇ ਪਾਪਾ ਜੀ ਨੂੰ ਚੱਕ ਕੇ ਲੈ ਗਈ ਸੀ ਇਹ ਜਗਰਾਉਂ ਪੁਲਿਸ ਭੁੱਲਰ, ਤੇ ਉੱਥੇ ਕਹਿੰਦਾ ਸੀ ਉਹਨੂੰ ਪੇਸ਼ ਕਰਾਓ ਘੁਮਾਣ ਨੂੰ। ਤੋਂ ਇਹੀ ਭੁੱਲਰ ਹੁਣੀ ਤੁਹਾਡੇ ਹੁਕਮਾਂ ਦੇ ਉੱਤੇ ਜਿਹੜਾ ਕੁਝ ਤੁਹਾਡੇ ਇਹਨਾਂ ਨਾਲ ਅੱਜ ਕੀ ਗੋਲੀ ਚੱਲ ਗਈ, ਤੁਸੀਂ ਉਹਨੂੰ ਫੋਨ ਕਰਦੇ ਹੋ, ਤੁਹਾਡੇ ਕਹਿਣ ਤੇ ਉਹਨੇ ਆਉਣਾ ਸੀ, ਮੁਲਾਜ਼ਮ ਭੇਜ ਦੇਣੇ ਸੀਗੇ ਵੀ ਲਓ ਜੀ ਇਹਨਾਂ ਦਾ ਬਿਆਨ ਲਿਖੋ। ਤੋਂ ਅਸੀਂ ਤਾਂ ਇਹ ਗੱਲ
ਜਿਹੜੀ ਹੈ ਬੜੀ ਲੋਕ ਸਮਝਦੇ ਸੀ ਕਿ ਜੀ ਬੜਾ ਚੰਗਾ ਹੋ ਜਾਵੇ ਜੇ ਕਿਤੇ ਉਹ ਸੁਖਬੀਰ, ਪਰ ਉਲਟਾ ਦੂਜੇ ਪਾਸੇ ਨੂੰ ਹੋਰ ਜ਼ਿਆਦਾ ਲਾਂਬੂ ਲਾਉਣ ਵਾਲੇ ਪਾਸੇ ਗੱਲ ਤੁਰਨੀ। ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਜਾ ਕੇ ਉੱਥੇ ਅਰਸ਼ਦੀਪ ਕਲੇਰ ਨੇ ਬਾਹਰ ਨਿਕਲ ਕੇ ਫਿਰ ਚੈਨਲਾਂ ਦੇ ਉੱਤੇ ਪੂਰੀ ਭੜਕਾਈ ਮਾਰੀ ਆ, ਉਹਦੇ ਚ ਸਭ ਤੋਂ ਜਿਹੜੀ ਭੈੜੀ ਗੱਲ ਉਹ ਕਰਦਾ, ਉਹ ਜਾਣ ਬੁੱਝ ਕੇ ਭਾਈ ਨਰਾਇਣ ਸਿੰਘ ਚੌੜੇ ਨੂੰ ਨਰਾਇਣ ਚੌੜਾ ਕਹਿੰਦਾ, ਫਿਰ ਹੋਰ ਪੁੱਠੀਆਂ ਸਿੱਧੀਆਂ ਗੱਲਾਂ ਕਰਦਾ। ਕਿਹਨੂੰ ਨਹੀਂ ਪਤਾ ਕਿ ਭਾਈ ਨਰਾਇਣ ਸਿੰਘ ਚੌੜਾ ਕੌਮ ਨੂੰ ਸਮਰਪਿਤ ਇੱਕ ਗੁਰਸਿੱਖ ਹੈ, ਜਿਨੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਆ, ਔਰ ਜੋ ਕੀਤਾ ਉਹਦੇ ਬਾਰੇ ਕੌਮ ਨੂੰ ਪੂਰਨ ਤੌਰ ਤੇ ਯਕੀਨ ਆ ਕਿ ਉਹ ਠੀਕ ਕੀਤਾ। ਲੋਕਾਂ ਦਾ ਇਤਰਾਜ਼ ਤਾਂ ਬਹੁਤਿਆਂ ਦਾ ਗੱਲ ਇੰਨੀ ਕੁ ਗੱਲ ਤੇ ਆ ਵੀ ਜੇ ਇੱਥੇ ਨਹੀਂ ਸੀ ਕਰਨਾ ਚਾਹੀਦਾ। ਹਾਲਾਂਕਿ ਬਾਦਲ ਕੇ ਤਾਂ ਭੋਰਾ ਸ਼ਰਮ ਨਹੀਂ ਕਰਦੇ, ਉਹਨਾਂ ਨੇ ਤਾਂ ਅੰਦਰ ਹਰ ਸਾਲ 6 ਜੂਨ ਨੂੰ ਡਾਂਗਾ ਚਲਾਉਣੀਆਂ ਹੁੰਦੀਆਂ ਨੇ, ਜੇ ਜੀ ਕਰੇ ਤਾਂ 4 ਸਿੱਖਾਂ ਨੂੰ ਕਤਲ ਵੀ ਕਰ ਦੇਣ ਉੱਥੇ। ਜਿਸ ਤਰੀਕੇ ਨਾਲ ਆਹ ਜਿਹੜੇ ਪਾਵਨ ਸਰੂਪਾਂ ਦਾ ਇਨਸਾਫ ਮੰਗਦੇ ਸਿੱਖਾਂ ਉੱਤੇ ਕਟਾਪਾ ਚਾੜਿਆ ਆ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਰਗਿਆਂ ਨੂੰ ਜਾਂ ਹੋਰਾਂ ਨੂੰ, ਜਿਵੇਂ ਇਹਨਾਂ ਨੇ ਧੂ ਕੇ ਉੱਥੇ ਕੁੱਟਿਆ ਬਾਦਲ ਧੜੇ ਵਾਲਿਆਂ ਨੇ, ਤੇ ਉਹ ਇਹਨਾਂ ਨੂੰ ਕੋਈ ਸ਼ਰਮ ਹੈ ਥੋੜੀ ਆ। ਤੋ ਬਾਦਲ ਧੜੇ ਵਾਲਿਆਂ ਦਾ ਤਾਂ ਇਤਰਾਜ਼ ਬਣਦਾ ਹੀ ਨਹੀਂ ਹੈਗਾ। ਚਲੋ ਆਮ ਸੰਗਤ ਨੂੰ ਬੁਰਾ ਲੱਗਿਆ, ਉਹਨਾਂ ਦੀ ਗੱਲ ਫੇਰ ਵੀ ਕੋਈ ਮੈਟਰ ਕਰਦੀ ਹੈ। ਤੇ ਜਿਹੜਾ ਅੱਜ ਅਰਸ਼ਦੀਪ ਸਿੰਘ ਕਲੇਰ ਨੇ ਬਾਹਰ ਨਿਕਲ ਕੇ ਉੱਥੇ ਪਤਾ ਨਹੀਂ ਉਸ ਸੱਜਣ ਨੂੰ ਕੀ ਬਈ ਹੋਇਆ ਲਾਂਬੂ ਹੀ ਲਾਉਂਦਾ ਫਿਰਦਾ। ਆ ਪਿੱਛੇ ਜੇ ਆਪਾਂ ਸਾਰਿਆਂ ਨੇ ਦੇਖਿਆ ਕਿ ਚੈਨਲ ਤੇ ਚਰਨਜੀਤ ਸਿੰਘ ਬਰਾੜ, ਜਿਹੜਾ ਕਿ ਬਾਦਲ ਧੜੇ ਦਾ ਹੀ ਆਗੂ ਰਿਹਾ, ਉਹਦੇ ਨਾਲ ਬਹਿਸ ਦੇ ਵਿੱਚ ਪੁੱਠਾ ਸਿੱਧਾ ਕੁਝ ਕਿਹਾ। ਉਹਦੇ ਵਿੱਚੋਂ ਫਿਰ ਜਿਹੜਾ ਮੰਡੀ ਬੋਰਡ ਦਾ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਆ, ਉਹਨੇ ਫੋਨ ਕਰ ਲਿਆ। ਫਿਰ ਉਹ ਵੀਡੀਓ ਆਡੀਓ ਲੈ ਕੇ ਉਹਦੇ ਕੋਲੇ ਚਲੇ ਗਏ, ਗਵਰਨਰ ਕੋਲੇ। ਹੁਣ ਉਹਦੀ ਇਨਕੁਆਇਰੀ ਚੱਲ ਰਹੀ ਆ। ਤੇ ਜਤਿੰਦਰ ਸਿੰਘ ਭੰਗੂ ਬਾਰੇ ਉਹ ਜੀ ਅਮਰਤਪਾਲ ਸਿੰਘ ਦਾ ਬੰਦਾ ਜੀ, ਉਹ ਫਲਾਣੇ ਦਾ ਬੰਦਾ, ਇਹੀ ਅਰਸ਼ਦੀਪ ਕਲੇਰ। ਇੱਕ ਦਿਨ ਪਿੱਛੇ ਜੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਲਾਉਣ ਵਾਲੇ ਮਸਲੇ ਉੱਤੇ ਜਦੋਂ ਉਹਨੇ ਕੋਈ ਗਲਤ ਬਿਆਨੀ ਕੀਤੀ, ਤੇ ਉਹਦੇ ਬਾਰੇ ਮੈਂ ਵੀ ਇੱਕ ਚੈਨਲ ਦੇ ਉੱਤੇ ਉਹਦੇ ਬਿਆਨ ਨੂੰ ਕੱਟਿਆ। ਫਿਰ ਉਸ ਪੱਤਰਕਾਰ ਨੂੰ ਫੋਨ ਲਾ ਕੇ ਮੇਰਾ ਨੰਬਰ ਲੈ ਕੇ ਮੇਰੇ ਨਾਲ ਗੱਲ ਕੀਤੀ। ਥੋੜਾ ਜਿਹਾ ਆਪਾਂ ਜਦੋਂ ਕੰਮ ਉਹਨੂੰ ਦੱਸਿਆ, ਸਲੀਕੇ ਨਾਲ ਹੀ ਭਾਵੇਂ ਬੋਲਿਆ, ਪਰ ਮੈਂ ਇਹ ਦੇਖਿਆ ਕਿ ਜਿਵੇਂ ਇੱਕ ਹੰਕਾਰ ਜਿਹਾ ਹੋਇਆ ਹੁੰਦਾ ਵੀ ਅਸੀਂ ਤਾਂ ਸੁਖਬੀਰ ਸਿੰਘ ਬਾਦਲ ਦੇ ਬੰਦੇ ਆ। ਅੱਜ ਵੀ ਉਹ ਕਹਿ ਰਿਹਾ ਸੀਗਾ ਜੀ ਇਹਨਾਂ ਨੂੰ ਪਤਾ ਹੀ ਨਹੀਂ ਪੁਲਿਸ ਵਾਲਿਆਂ ਨੂੰ ਬਈ ਉਹ ਜੀ ਆਹ ਵਾ ਤੇ ਉਹ ਆ। ਉਹ ਭਾਈ ਸੁਖਬੀਰ ਬਾਦਲ ਨੂੰ ਕਿਹੜਾ 10-15 ਬਾਹਾਂ ਲੱਗੀਆਂ ਹੋਈਆਂ ਨੇ? ਕੀ ਉਹਦੇ ਚ ਖਾਸ ਆ? ਬੰਦਿਆਂ ਵਰਗਾ ਬੰਦਾ, ਤੇ ਜਿਸ ਤਰੀਕੇ ਨਾਲ ਕੌਮ ਦੇ ਉਲਟ ਚੱਲ ਕੇ ਉਹਨੇ ਇੱਕ ਗਦਾਰੀ ਵਾਲਾ ਥਾਂ ਹਾਸਲ ਕੀਤਾ ਹੋਇਆ, ਉਹਦੇ ਪੱਲੇ ਹੈ ਕੀ ਆ? ਚੱਲ ਠੀਕ ਆ, ਤੂੰ ਉਸ ਧੜੇ ਦਾ ਜਾਂ ਉਹ ਤੇਰਾ ਲੀਡਰ ਵਾ, ਪਰ ਇਹਦਾ ਮਤਲਬ ਇਹ ਥੋੜੀ ਆ ਕਿ ਬਾਕੀ ਸਿੱਖਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ, ਉਹੀ ਤੁਰੇ ਫਿਰਦੇ ਆ। ਪਰ ਜਿਸ ਤਰੀਕੇ ਦਾ ਇਸ ਤਰੀਕੇ ਦਾ ਇੱਕ ਗਰੁੱਪ ਆ ਇਹ ਅਰਸ਼ਦੀਪ ਸਿੰਘ ਕਲੇਰ, ਡਾਕਟਰ ਦਲਜੀਤ ਸਿੰਘ ਚੀਮਾ, ਇਹ ਸਾਰੇ ਚਾਪਲੂਸ ਬੰਦੇ ਆ ਜਿਨ੍ਹਾਂ ਦੀਆਂ ਮੱਤਾਂ ਸੁਖਬੀਰ ਨੂੰ ਲੈ ਹੀ ਬੈਠੀਆਂ ਨੇ। ਕਿਸੇ ਨੇ ਇਹਨਾਂ ਚੋਂ ਕਿਹਾ ਹੋਣਾ ਵੀ ਜਦੋਂ ਇਹੋ ਜਿਹਾ ਸੰਕਟ ਆਉਂਦਾ ਸੀ ਨਾ, ਵੱਡਾ ਬਾਦਲ ਫਿਰ ਟਿਕਦਾ ਨਹੀਂ ਸੀ ਹੁੰਦਾ। ਸਵੇਰੋਂ 5 ਵਜੇ ਨਿਕਲਦਾ ਸੀ, ਰਾਤ ਨੂੰ 11 ਵਜੇ ਘਰੇ ਵੜਦਾ ਸੀ। ਤੂੰ ਵੀ ਏਦਾਂ ਕਰ। ਜਿੱਦਣ ਧਾਮੀ ਸਾਹਿਬ ਦੇ ਘਰੇ ਗੋਲ ਪਰਨਾ ਬੰਨ ਕੇ ਹੱਥ ਚੋਂ ਬਾਂਹ ਜੀ ਟੁੱਟੀ ਹੋਈ ਜਿਹੜੀ ਸੀ ਉਹ ਪਾ ਕੇ ਤੁਰਿਆ ਫਿਰਦਾ ਸੀ ਸੁਖਬੀਰ, ਉਦਣ ਤੋਂ ਹੁਣ ਸੁਖਬੀਰ ਬਾਦਲ ਵੀ ਸੜਕ ਤੇ ਨਿਕਲਿਆ ਹੋਇਆ। ਪਰ ਜਾਂਦਾ ਕਿਹਨਾਂ ਕੋਲੇ ਆ? ਉਹ ਜਿਹੜੇ ਆ ਪੰਜਾਬ ਦੇ ਵਿੱਚ ਹਰ ਪੱਖੋਂ ਹਰ ਧਿਰ ਨੇ ਨਕਾਰੇ ਹੋਏ, ਰੱਦ ਕੀਤੇ ਬੰਦੇ ਆ। ਕਿਉਂਕਿ ਬਹੁਤ ਸਾਰੇ ਇਹੋ ਜਿਹੇ ਪ੍ਰਾਣੀ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਬਹੁਤਾ ਕੁਝ ਹੁੰਦਾ ਨਹੀਂ, ਤੇ ਉਹ ਨਖਿੱਧ ਜੇ ਬੰਦੇ ਉਡੀਕ ਰਹੇ ਹੁੰਦੇ ਆ ਵੀ ਕੋਈ ਧਿਰ, ਕਿਉਂਕਿ ਇਸ ਮੌਕੇ ਬਾਦਲਕਿਆਂ ਦੀ ਕੋਈ ਬੋਲੀ ਬੋਲਣ ਨੂੰ ਤਿਆਰ ਨਹੀਂ, ਤੇ ਉਹ ਤੁਰਿਆ ਫਿਰਦਾ। ਤਾਂ ਕੁੱਲ ਮਿਲਾ ਕੇ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਇਸ ਮੌਕੇ ਜਥੇਦਾਰ ਵਾਲੇ ਅਹੁਦੇ ਦੀ ਦੁਰਵਰਤੋਂ ਕਰਕੇ ਮਾਹੌਲ ਸਿਰਜਿਆ ਜਾ ਰਿਹਾ, ਇਹ ਕੋਈ ਬਹੁਤਾ ਵਧੀਆ ਨਹੀਂ। ਤੇ ਇੱਕ ਪਾਸੇ ਤਾਂ ਚਾਹੁੰਦੇ ਆ ਕਿ ਅਸੀਂ ਪੰਥ ਵਿੱਚ ਪ੍ਰਵਾਨ ਹੋ ਜਾਈਏ, ਦੂਜੇ ਪਾਸੇ ਕੰਮ ਹਰ ਉਹ ਕਰਦੇ ਆ ਜਿਹਦੇ ਨਾਲ ਜਿਹੜਾ ਕੌਮ ਨੂੰ ਹੋਰ, ਕੌਮ ਤਾਂ ਨਹੀਂ ਚਾਹੁੰਦੀ ਕਿ ਮਾਹੌਲ ਖਰਾਬ ਹੋਵੇ, ਪਰ ਮਾਹੌਲ ਖਰਾਬ ਕਰਨ ਵਾਲੇ ਪਾਸੇ ਨੂੰ ਵਧਾਇਆ ਜਾ ਰਿਹਾ ਗੱਲ। ਕੱਲ ਆਪਾਂ ਗੱਲ ਕਰਦੇ ਸੀ ਪਾਰਲੀਮੈਂਟ ਵਿੱਚ ਜਿਹੜਾ ਵਕਫ ਸੋਧ ਬਿੱਲ ਆਇਆ, ਉਹ ਸਾਰੇ ਜਿਹੜੇ ਭਰਾ ਨੇ, ਮੈਂ ਬੇਨਤੀ ਕਰਾਂਗਾ ਵੀ YouTube ਦੇ ਉੱਤੇ ਠੰਡੇ ਮਤੇ ਨਾਲ ਸਾਰੀਆਂ ਵੀਡੀਓਜ਼ ਲਾਜ਼ਮੀ ਦੇਖੋ ਜਿਹੜੇ ਉੱਥੇ ਬੋਲੇ ਆ।
ਖਾਸ ਤੌਰ ਤੇ ਬੀਜੇਪੀ ਦੇ ਭਾਗਵੇਂ ਬ੍ਰਿਗੇਡ ਦੇ ਜਿਹੜੇ ਬੰਦੇ ਬੋਲੇ। ਇਸ ਕਰਕੇ ਦੇਖਣ ਦੀ ਲੋੜ ਹੈ ਕਿ ਅੱਜ ਜੋ ਕੁਝ ਮੁਸਲਮਾਨਾਂ ਨਾਲ ਪਾਰਲੀਮੈਂਟ 'ਚ ਹੋ ਰਿਹਾ, ਇਹ ਸਾਡੀ ਵੀ ਵਾਰੀ ਆਉਣੀ। ਇੱਕ ਉੱਥੇ ਬੁਲਾਰਾ ਬੋਲ ਰਿਹਾ ਸੀਗਾ ਬਈ ਜੀ ਇਹਨਾਂ ਮੁਸਲਮਾਨਾਂ ਦੇ ਜਿਨ੍ਹਾਂ ਦੀ ਬੜੀ ਚਿੰਤਾ ਹੋ ਰਹੀ ਆ, ਇਹ ਜੀ ਇਹਨਾਂ ਦੇ ਯਾਕੂਬ ਮੈਮਨ, ਇਸ਼ਰਤ ਜਹਾਂ, ਮੁਖਤਿਆਰ ਅੰਸਾਰੀ, ਅਤੀਕ ਅਹਿਮਦ, ਦਾਊਦ ਇਬਰਾਹਿਮ, ਇਹ ਤਾਂ ਮਤਲਬ ਕਿ ਉਹ ਕਹਿੰਦੇ ਆ ਵੀ ਜਿਹੜੇ ਭਾਰਤੀ ਮੁਸਲਮਾਨ ਨੇ ਇਹ ਤਾਂ ਜਰਾਇਮ ਪੇਸ਼ਾ ਤੇ ਦੇਸ਼ ਦੇ ਦੁਸ਼ਮਣ ਨੇ। ਤੇ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਕੀਤੀਆਂ। ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਵਿੱਚ ਬੋਲਿਆ ਵੀ ਇਹ ਟੁਕੜੇ ਟੁਕੜੇ ਗੈਂਗ ਤਾਂ ਤੁਸੀਂ ਹੋ, ਤੁਸੀਂ ਜਿਹੜਾ ਕਿਸੇ ਜੇ ਇੰਨਾ ਹੀ ਹੈਗਾ ਵੀ ਜਿਵੇਂ ਤੁਸੀਂ ਵਕਫ ਸੋਧ ਬਿੱਲ ਦੇ ਰਾਹੀਂ ਕਹਿ ਰਹੇ ਹੋ ਕਿ ਜੀ ਇਹਦੇ ਵਿੱਚ ਬੋਰਡ ਦੇ ਜਿਹੜੇ ਵਕਫ ਦੇ ਵਿੱਚ ਗੈਰ ਜਿਹੜੇ ਮੁਸਲਮਾਨ ਨੇ ਉਹ ਮੈਂਬਰ ਹੋ ਸਕਦੇ ਆ, ਤੇ ਫਿਰ ਜਦੋਂ ਤੁਸੀਂ ਰਾਮ ਮੰਦਿਰ ਵਾਲਾ ਬਣਾਇਆ ਸੀ ਉਹ ਸਿਸਟਮ ਜਿਹਾ, ਉਹਦੇ 'ਚ ਮੁਸਲਮਾਨਾਂ ਨੂੰ ਵੀ ਰੱਖ ਲੈਂਦੇ। ਤੁਸੀਂ ਤਾਂ ਕਿਸੇ ਮੁਸਲਮਾਨ ਨੂੰ MP ਦੀ ਟਿਕਟ ਨਹੀਂ ਦੇ ਕੇ ਰਾਜੀ, ਕਿਸੇ ਔਰਤ ਨੂੰ ਵੀ ਤੁਸੀਂ MP ਨਹੀਂ ਬਣਾਇਆ ਹੋਇਆ, ਤੇ ਤੁਸੀਂ ਇੱਥੇ ਕਹਿੰਦੇ ਹੋ ਜੀ ਸਾਨੂੰ ਔਰਤਾਂ ਦਾ, ਮੁਸਲਮਾਨਾਂ ਦਾ ਬੜਾ ਫਿਕਰ ਆ। ਤੇ ਬੀਬੀ ਹਰਸਿਮਰਤ ਕੌਰ ਦੇ ਨਾਲ ਭਾਵੇਂ ਆਪਣੀ ਸਾਰਿਆਂ ਦੀ ਬਹੁਤ ਸਾਰੇ ਕਾਰਨਾਂ ਕਰਕੇ ਅਸਹਿਮਤੀ ਹੈ, ਪਰ ਜੋ ਕੁਝ ਉਹਨੇ ਕੱਲ ਬੋਲਿਆ, ਚਾਹੇ ਉਹ ਡਰਾਮਾ ਆ ਤੇ ਚਾਹੇ ਉਹ ਦਿਲੋਂ ਬੋਲਿਆ, ਗੱਲਾਂ ਉਹ ਬਿਲਕੁਲ ਜਾਇਜ਼ ਨੇ। ਇਹ ਗੱਲਾਂ ਜਦੋਂ ਉਹ ਬੀਬੀ ਬੋਲ ਰਹੀ ਆ ਤੇ ਜੋ ਕੁਝ ਉਹਦੇ ਜਵਾਬ ਦੇ ਵਿੱਚ ਆ ਰਿਹਾ, ਜਾਂ ਵਕਫ ਸੋਧ ਬਿੱਲ ਦੇ ਖਿਲਾਫ ਬੋਲ ਰਹੇ ਸਾਰੇ ਮੈਂਬਰ ਪਾਰਲੀਮੈਂਟ ਜਿਹੜੇ ਨੇ, ਉਹਨਾਂ ਦੇ ਮਸਲੇ ਉੱਤੇ ਜਿਹੜਾ ਭਾਗਵਾਂ ਬ੍ਰਿਗੇਡ ਦਾ ਰਵੱਈਆ ਉਹਨੂੰ ਸਮਝਣ ਦੀ ਲੋੜ ਆ। ਤੇ ਆਪਦੇ ਆਪ ਨੂੰ ਇਹ ਸਮਝੋ ਵੀ ਜਦੋਂ ਆਪਣੇ ਕਿਸੇ ਮਸਲੇ ਉੱਤੇ ਜਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਹੀ ਮੰਨ ਲਓ, ਕਿਉਂਕਿ ਇਹ ਗੱਲ ਕੱਲ ਤੋਂ ਨਹੀਂ, ਇਹ ਕਈ ਦਿਨ ਤੋਂ ਚਰਚਾ 'ਚ ਆ ਕਿ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕੀਤਾ ਜਾ ਸਕਦਾ, ਔਰ ਹਾਲਾਤ ਆਪਾਂ ਕੱਲ ਵੀ ਸਾਰਾ ਡਿਸਕਸ ਕੀਤਾ ਸੀ ਕਿ ਉਧਰ ਨੂੰ ਜਾ ਰਹੇ। ਹੁਣ ਤੁਸੀਂ ਸੋਚੋ ਕਿ ਜਦੋਂ ਆਪਣੇ ਜਿਹੜੇ 5 4 2 ਪਤਾ ਨਹੀਂ ਉਦੋਂ ਕਿੰਨੇ ਹੋਣਗੇ ਸਿੱਖ ਨੁਮਾਇੰਦੇ, ਜੇ ਉਹ ਬੋਲਣ ਤਾਂ ਉਹਨੂੰ ਆ ਸਾਰਾ ਹਾਊਸ ਟੁੱਟ ਕੇ ਪੈ ਜਾਣਾ ਕਿ ਤੁਸੀਂ ਤਾਂ ਜਰਾਇਮ ਪੇਸ਼ਾ ਲੋਕ ਹੋ, ਤੁਹਾਡੇ ਹੀਰੋ ਰਾਜੋਆਣੇ ਵਰਗੇ ਨੇ, ਤੁਸੀਂ ਤਾਂ ਹਵਾਰੇ ਹੁਣਾਂ ਨੂੰ ਮੰਨਦੇ ਹੋ, ਤੁਸੀਂ ਤਾਂ ਜੀ ਵੈਦਿਆ ਨੂੰ ਤੇ ਇੰਦਰਾ ਨੂੰ ਜਾਂ ਬੇਅੰਤੇ ਬੁੱਚੜ ਨੂੰ ਜਿਨ੍ਹਾਂ ਨੇ ਕੀਤਾ, ਤੁਸੀਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਹੋ, ਉਹਨਾਂ ਦੀਆਂ ਯਾਦਗਾਰਾਂ, ਉਹਨਾਂ ਦੀਆਂ ਫੋਟੋਆਂ ਦਰਬਾਰ ਸਾਹਿਬ 'ਚ ਲਾਉਂਦੇ ਹੋ। ਇਸ ਤਰੀਕੇ ਨਾਲ ਹੋ ਕੀ ਰਿਹਾ, ਇਹਨੂੰ ਪੁਆਇੰਟ ਨੂੰ ਸਮਝਣ ਦੀ ਲੋੜ ਹੈ ਕਿ ਭਾਗਵਾਂ ਬ੍ਰਿਗੇਡ ਭਾਰਤੀ ਲੋਕਾਂ ਨੂੰ ਇਹ ਜਚਾ ਰਿਹਾ ਹੈ ਕਿ ਜੀ ਮੁਸਲਮਾਨ ਦੇਸ਼ ਦੇ ਦੁਸ਼ਮਣ ਨੇ, ਜਰਾਇਮ ਪੇਸ਼ਾ ਨੇ, ਸਿੱਖ ਦੇਸ਼ ਦੇ ਦੁਸ਼ਮਣ ਨੇ ਤੇ ਜਰਾਇਮ ਪੇਸ਼ਾ ਨੇ। ਕੱਲੇ ਅਸੀਂ ਹਾਂ ਭਾਗਵੇਂ ਬ੍ਰਿਗੇਡ ਵਾਲੇ ਤੇ ਹਿੰਦੂ ਜਿਹੜੇ ਬਹੁਤ ਸਾਊ ਤੇ ਬੀਬੇ ਬੰਦੇ ਆ, ਸਾਡੇ ਤੋਂ ਬਗੈਰ ਮਤਲਬ ਕਿ ਇਸ ਧਰਤੀ ਦਾ ਕੋਈ ਵਾਲੀ ਵਾਰਸ ਨਹੀਂ ਹੈ। ਹੁਣ ਜਦੋਂ ਇਹ ਭਾਵਨਾ ਉਹਨਾਂ ਦੀ ਵਾਰ-ਵਾਰ ਉੱਬਲ ਕੇ ਪੈਂਦੀ ਹੈ ਤਾਂ ਉਸ ਮੌਕੇ ਜਿਹੜੇ ਸਾਡੇ ਭਰਾ ਇਹ ਸੋਚੀ ਫਿਰਦੇ ਨੇ ਕਿ ਜੀ ਸਾਨੂੰ ਭੇਜੋ ਪਾਰਲੀਮੈਂਟ 'ਚ, ਉਹ ਭਾਈ ਜਿਵੇਂ ਕੱਲ ਬੀਬੀ ਹਰਸਿਮਰਤ ਕੌਰ ਚੀਕਦੀ ਸੀ ਉਹਦੇ ਨਾਲੋਂ ਤੁਸੀਂ 4 ਚੀਕਾਂ ਵੱਧ ਮਾਰ ਲਓਗੇ, ਕੋਈ ਸੁਣਦਾ ਉੱਥੇ ਤੁਹਾਡੀ। ਜਿਵੇਂ ਭੇਡ ਦੀ ਇੱਕ ਉਹ ਲੇਲੇ ਵਾਲੀ ਤੇ ਬਘਿਆੜ ਵਾਲੀ ਕਹਾਣੀ ਆ, ਬਿਲਕੁਲ ਉਹ ਹਾਲਾਤ ਨੇ। ਸੋ ਜਿਹੜੀ ਕੌਮ, ਜਿਹੜੀ ਨਸਲ ਅਕਿਰਤਕਣ ਬਣ ਕੇ ਮੁਕੰਮਲ ਤੌਰ ਦੇ ਉੱਤੇ ਸਿੱਖਾਂ ਨੂੰ ਹੜੱਪਣ ਲਈ, ਕੇਸਾਧਾਰੀ ਹਿੰਦੂ ਗਰਦਾਨਣ ਲਈ, ਆ ਜਦੋਂ ਪੜ੍ਹਦੇ ਆ ਲੋਕਾਂ ਦੇ ਲਿਖੇ ਹੋਏ ਕਿ 2070 ਤੱਕ RSS ਕਹਿੰਦੀ ਆ ਕਿ ਸਿੱਖਾਂ ਦਾ ਭੋਗ ਪਾ ਦੇਣ। ਇਹ ਨਹੀਂ ਕਿ ਸਿੱਖ ਖਤਮ ਹੋ ਜਾਣਗੇ, ਬੀਜਨਾਸ਼ ਨਹੀਂ ਕਿਸੇ ਚੀਜ਼ ਦਾ ਹੁੰਦਾ, ਪਰ ਸਾਡੀ ਜਿਹੜੀ ਚੜ੍ਹਤ, ਜਿਹੜੀ ਸਾਡਾ ਬੋਲਬਾਲਾ ਦਿਨੋਂ ਦਿਨ ਆਪਾਂ ਜਿਸ ਤਰੀਕੇ ਨਾਲ ਘਟਦੇ ਜਾ ਰਹੇ ਹਾਂ, ਖੁਰਦੇ ਜਾ ਰਹੇ ਹਾਂ, ਇਹਦੇ ਲਈ ਲੈ ਦੇ ਕੇ ਇੱਥੇ ਪੰਜਾਬ ਦੇ ਵਿੱਚ ਪੰਥਕ ਤੌਰ ਤੇ ਵਿਚਰਨ ਵਾਲੀਆਂ ਧਿਰਾਂ ਧੜੇ, ਜਿਵੇਂ ਮੈਂ ਸ਼ੁਰੂ 'ਚ ਗੱਲ ਕੀਤੀ ਆ ਕਿ ਵੱਡੀ ਗਿਣਤੀ 'ਚ ਅੱਜ ਭਾਈ ਮਹਿਲ ਸਿੰਘ ਦੇ ਯਾਦ ਵਿੱਚ ਜੁੜੇ ਸੀ, ਇਹਨਾਂ ਸਾਰਿਆਂ ਨੂੰ ਤਾਂ ਪੂਰਾ ਹੰਭਾਤਾ ਬਾਦਲ ਕਿਆ ਨੇ, ਜਾਣੀ ਕਿ ਬੀਜੇਪੀ ਜਾਂ ਭਾਰਤੀ ਨਿਜ਼ਾਮ ਜਾਂ ਡੀਪ ਸਟੇਟ ਨੇ ਸਾਡੀ ਹੀ ਕੌਮ ਦੇ ਵਿੱਚੋਂ ਬਾਦਲ ਧੜਾ ਖੜਾ ਕੀਤਾ
ਜਿਨ੍ਹਾਂ ਨੂੰ ਇੰਨੀ ਕੁ ਖੁੱਲ੍ਹ ਦੇਤੀ, ਇੰਨਾ ਕੁ ਪੰਪ ਮਾਰਿਆ ਵੀ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਸੀਗਾ ਵੀ ਤੁਸੀਂ ਪੰਥਕ ਜਾਂ ਖਾਲਿਸਤਾਨੀ ਸਿੱਖਾਂ ਦਾ ਛੱਤਰ ਫੇਰ ਕੇ ਕਟਾਪਾ ਚਾੜਨਾ। ਕਦੇ ਕੱਥੂ ਨੰਗਲ 'ਚ ਸਿੱਖਾਂ ਨੂੰ ਕੁੱਟਿਆ, ਕਦੇ ਬਰਗਾੜੀ ਬਾਈਬਲ, ਕਦੇ ਕਿਸੇ ਹੋਰ ਬਹਾਨੇ ਸਿੱਖਾਂ ਨੂੰ ਜਿਸ ਤਰੀਕੇ ਨਾਲ ਬਾਦਲ ਕਿਆਂ ਨੇ ਜਲੀਲ ਕੀਤਾ, ਸਿੱਖ ਆਪ ਵੀ ਹੰਭਦੇ ਹਰਦੇ ਪੂਰੀ ਤਰ੍ਹਾਂ ਨਿਸਲ ਜੇ ਹੋ ਗਏ ਤੇ ਬਾਦਲ ਧੜਾ ਵੀ ਨਿਸਲ ਜਿਹਾ ਹੋ ਗਿਆ। ਦੋ ਭਲਵਾਨ ਘੁਲਦੇ 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 ਹੰਭਦੇ ਹੀ ਨੇ। ਇਸ ਮੌਕੇ ਬੀਜੇਪੀ ਭਾਗਵਾ ਬ੍ਰਿਗੇਡ ਆਪਦੀ ਜਿਹੜੀ ਸ਼ਕਤੀ ਆ ਉਹਨੂੰ ਸਾਂਭੀ ਬੈਠਾ। ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਭਾਵੇਂ ਆਪਣੇ ਅੰਦਰੋਂ ਇਹ ਗੱਲ ਆਪਾਂ ਕਦੇ ਨਾ ਮੰਨੀ ਆ ਤੇ ਨਾ ਆਪਾਂ ਨੂੰ ਇਹ ਆਦਤ ਆ, ਅੱਜ ਵੀ ਲੜਨ ਮਰਨ ਦਾ ਜਿਗਰਾ। ਅੱਜ ਵੀ ਪਤਾ ਨਹੀਂ ਸੱਚੇ ਪਾਤਸ਼ਾਹ ਨੇ ਜਿਵੇਂ ਕਹਿੰਦੇ ਆ ਵੀ ਗੂੰਗੇ ਤੋਂ ਗੀਤਾ ਦੇ ਅਰਥ ਕਰਾਤੇ ਸੀ, ਪਤਾ ਨਹੀਂ ਕੀ ਤੋਂ ਕਿਹੜੀ ਸੇਵਾ ਲੈ ਲੈਣੀ ਆ। ਇਹ ਤਾਂ ਹੈਗਾ ਅਲੱਗ ਵਿਸ਼ਾ। ਪਰ ਇਸ ਮੌਕੇ ਵਿਦੇਸ਼ਾਂ 'ਚ ਬੈਠੇ ਜੰਗੀ ਖਾਲਸੇ ਤੇ ਬਹੁਤੀ ਜ਼ਿਆਦਾ ਆਸ ਹੈ। ਆ ਚਾਹੇ ਕੋਈ ਕਿਸੇ ਵੀ ਤਰੀਕੇ ਨਾਲ ਸੇਵਾ ਕਰ ਰਿਹਾ ਤੇ ਉਸ ਪਾਸੇ ਵੀ ਆਪਾਂ ਨੂੰ ਪਤਾ, ਜਿਸ ਤਰੀਕੇ ਨਾਲ ਕਿਧਰੇ ਤਾਂ ਜਥੇਦਾਰ ਨਿੱਜਰ ਦਾ, ਕਦੇ ਜਥੇਦਾਰ ਪੰਜਵੜ ਦੀ ਖਬਰ ਆ ਗਈ, ਕਦੇ ਭਾਈ ਖੰਡੇ ਦੀ, ਤੇ ਜਦੋਂ ਪਿਛਲੇ ਸਾਲ ਰੌਲਾ ਪਿਆ ਕਿ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਪਲਾਨ, ਇਹ ਸਾਰਾ ਕੁਝ ਚੱਲ ਰਿਹਾ। ਕੁੱਲ ਮਿਲਾ ਕੇ ਇੰਡੀਅਨ ਸਟੇਟ ਨੇ ਸਿੱਖਾਂ ਦੇ ਉੱਤੇ ਪੂਰਾ ਹੱਲਾ ਬੋਲਿਆ ਹੋਇਆ। ਇਸ ਦੌਰ ਵਿੱਚ ਸਾਡੀਆਂ ਨੀਤੀਆਂ ਸਾਨੂੰ ਧੀਰਜ ਅਤੇ ਤਹੱਮਲ ਨਾਲ ਇੱਕ ਤਰੀਕੇ ਨਾਲ ਬਹਿ ਕੇ ਨਾ ਠੰਡੇ ਮਤੇ ਨਾਲ ਸੋਚਣ ਦੀ ਲੋੜ ਹੈ। ਹੁਣ ਇਹ ਕੰਮ ਲੜਾਕੇ ਜਾਂ ਯੋਧੇ ਤਾਂ ਕਰਦੇ ਨਹੀਂ ਹੁੰਦੇ। ਯੋਧਾ ਬੰਦਾ ਤਾਂ ਲੜ ਸਕਦਾ, ਤੇ ਕੌਮਾਂ ਦੇ ਵਿਦਵਾਨ ਸੱਜਣ ਜਿਹੜੇ ਦੂਰ ਦ੍ਰਿਸ਼ਟੀ ਨਾਲ ਦੱਸਣ ਕਿ ਇੰਜ ਕਰੀਏ, ਇੰਜ ਕਰੋ। ਮੈਂ ਇੱਥੇ ਦੇਖਿਆ ਇੱਕ ਸਿੰਘ ਸਭਾ ਲਹਿਰ ਦੇ ਮੌਕੇ ਦੇ ਬਾਰੇ ਪੜ੍ਹ ਰਿਹਾ ਸੀ। ਉਸ ਮੌਕੇ ਉਸ ਵਿਦਵਾਨ ਸੱਜਣ ਨੇ ਪੂਰਾ ਖੁੱਲ੍ਹ ਕੇ ਲਿਖਿਆ ਹੋਇਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਸਿੱਖਾਂ ਦਾ ਜਦੋਂ ਖਾਲਸਾਈ ਜਿਹੜਾ ਚੜ੍ਹਤ ਸੀ ਉਹ ਮੱਠੀ ਪੈਣ ਲੱਗੀ ਤੇ ਆਹ ਕੁਛ ਨੁਕਸਾਨ ਹੋ ਰਿਹਾ ਸੀ, ਸਿੱਖੀ ਦਾ ਹਿੰਦੂਕਰਨ ਹੋ ਰਿਹਾ ਸੀ। ਤੇ ਉਸ ਮੌਕੇ ਫਿਰ ਸਿੰਘ ਸਭਾ ਲਹਿਰ ਦੇ ਪੈਦਾ ਹੋਣ ਦੇ ਲਈ ਆਹ ਕੁਛ ਕਰਨਾ ਪਿਆ। ਸੌਖੀ ਜੀ ਗੱਲ ਨਹੀਂ ਸੀ। ਅੱਜ ਆਪਾਂ ਇੱਕ ਲਾਈਨ 'ਚ ਕਹਿ ਦਿੰਦੇ ਆ ਵੀ ਸਿੰਘ ਸਭਾ ਲਹਿਰ ਦੀ ਬੜੀ ਕੁਰਬਾਨੀ, ਇੱਕ ਲਾਈਨ 'ਚ ਨਿਬੇੜ ਦਿੰਦੇ ਆ ਵੀ ਗੁਰਦੁਆਰਾ ਸੁਧਾਰ ਲਹਿਰ। ਪਰ ਜਿਹੜੇ ਸਿੱਖਾਂ ਨੇ, ਮੈਂ ਕਹਿੰਦਾ ਉਹਨਾਂ ਦੀ ਕੁਰਬਾਨੀ ਸਾਹਮਣੇ ਸਿਰ ਝੁਕਦਾ, ਜਿਨ੍ਹਾਂ ਨੇ ਉਸ ਮੌਕੇ ਇਹ ਜੱਦੋ ਜਹਿਦ ਲੜੀ ਤੇ ਇੱਕ ਪਾਸੇ ਬ੍ਰਾਹਮਣ ਦੀ ਗੁਲਾਮੀ, ਦੂਜੇ ਪਾਸੇ ਅੰਗਰੇਜ਼ ਹਕੂਮਤ ਦੀ ਗੁਲਾਮੀ, ਦੋ ਗੁਲਾਮੀਆਂ ਦੇ ਖਿਲਾਫ ਲੜ ਕੇ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕੀਤੀ ਆ। ਬਹੁਤ ਕਮਾਲ ਦੀ ਬਾਤ ਸੀ। ਉਹ ਐਵੇਂ ਨਹੀਂ ਸੀ, ਉਹਨੂੰ ਐਵੇਂ ਜੀ ਦੀ ਗੱਲ ਸਮਝਣਾ ਚਾਹੀਦਾ। ਤੋ ਜਿਸ ਤਰੀਕੇ ਨਾਲ ਉਦੋਂ ਵਿਦਵਾਨ ਸੱਜਣਾ ਨੇ ਮੂਹਰੇ ਹੋ ਕੇ ਸੇਵਾ ਕੀਤੀ, ਅੱਜ ਸਾਡੇ ਹਾਲਾਤ ਕੀ ਨੇ? ਭਾਰਤੀ ਵਿਦਿਆ ਨੀਤੀ ਦੇ ਡੰਗੇ ਹੋਏ ਸਾਡੇ ਬੱਚੇ, ਜਿਨ੍ਹਾਂ ਨੇ ਕੌਮ ਦੇ, ਜਿਨ੍ਹਾਂ ਵੇਲਿਆਂ ਦੇ ਵਿੱਚ ਸਾਡੇ ਵਰਗੇ 14-15 ਸਾਲ ਦੀ ਉਮਰ ਦੇ, 15 ਤੋਂ 20 ਸਾਲ ਦੇ, 25 ਸਾਲ ਦੇ ਵਿਚਾਲੇ ਜਿਹੜੇ ਨੌਜਵਾਨ ਸੀ, ਜਿਨ੍ਹਾਂ ਨੇ 1984 ਦੇ ਘੱਲੂ ਘਾਰਿਆਂ ਤੋਂ ਬਾਅਦ ਕੌਮ ਦੀ ਸੇਵਾ 'ਚ ਯੋਗਦਾਨ ਪਾਉਣ ਦਾ ਅਹਿਦ ਕੀਤਾ, ਅੱਜ ਜਿਹੜੇ ਸਾਡੇ ਬੱਚੇ 15 ਤੋਂ 25 ਸਾਲ ਦੇ ਵਿਚਾਲੇ ਆ, ਉਹਨਾਂ ਨੂੰ ਕਿਹੋ ਜਿਹਾ ਬਣਾ ਦਿੱਤਾ ਗਿਆ, ਕਦੇ ਸੋਚਿਆ ਆਪਾਂ? ਉਹਨਾਂ ਨੂੰ ਕੋਈ ਤਾਂ ਕਹਿੰਦਾ ਜੀ ਆਪਾਂ ਇਹਨਾਂ ਨੂੰ ਜੱਜ ਬਣਾਓ, IAS ਬਣਾਓ, IPS ਬਣਾਓ, ਜਾਣੀ ਕਿ ਉਸ ਦੁਸ਼ਮਣ ਦੇ ਕਹਾੜੇ ਨੂੰ ਹੋਰ ਤਿੱਖਾ ਤੇ ਮਜ਼ਬੂਤ ਕੀਤਾ ਜਾ ਰਿਹਾ। ਇੱਕ ਹੋਰ ਕੰਮ ਚੱਲਿਆ ਵੀ ਟਰਾਂਸਜੈਂਡਰ ਜਿਹਾ ਜਿਵੇਂ ਹੁੰਦਾ ਵੀ ਉਵੇਂ ਬਹੁਤ ਬਣਾ ਕੇ ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਨਵੇਂ ਤੋਂ ਨਵੇਂ ਮੁੰਡੇ ਕੁੜੀਆਂ ਇਸ ਤਰੀਕੇ ਨਾਲ ਵੀ ਨਾ ਉਹ ਮੁੰਡਾ ਤੇ ਨਾ ਉਹ ਕੁੜੀ ਉਹ ਬਣ ਕੇ ਆ ਰਹੇ ਨੇ, ਔਰ ਇਹਨੂੰ ਫਖਰ ਨਾਲ, ਪ੍ਰਾਊਡ ਨਾਲ ਪੇਸ਼ ਕਰਦੇ। ਹੋ ਸਕਦਾ ਕਿਸੇ ਕੌਮ, ਕਿਸੇ ਹੋਰ ਮੁਲਕ ਦੇ ਵਿੱਚ ਇਹਨਾਂ ਗੱਲਾਂ ਨੂੰ ਚੰਗਾ ਮੰਨਿਆ ਜਾ ਰਿਹਾ ਹੋਵੇ, ਪਰ ਸਾਡੇ ਪੰਜਾਬ ਦੇ ਵਿੱਚ, ਭਾਰਤੀ ਸਾਰੇ ਇਸ ਏਸ਼ੀਅਨ ਖਿੱਤੇ ਦੇ ਵਿੱਚ ਤਾਂ ਇਸ ਤਰੀਕੇ ਨੂੰ ਐਵੇਂ ਸੈਲੀਬ੍ਰੇਟ ਕਦੇ ਕੀਤਾ ਨਹੀਂ ਸੀ ਗਿਆ। ਸੋ ਸਾਡੀ ਕੌਮ ਨੂੰ ਜਿਸ ਤਰੀਕੇ ਨਾਲ ਅੱਜ ਜ਼ੁਬਾਨੀ ਨੂੰ ਮੱਤਾਂ ਦੇ ਕੇ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਲੋੜ ਹੈ, ਉਹ ਕੁਝ ਦਿਖ ਨਹੀਂ ਰਿਹਾ। ਹੁਣ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਕਿਸੇ ਪਾਸੇ ਹੋਰ ਲੈ ਕੇ ਜਾਇਆ ਜਾ ਰਿਹਾ।
ਕੌਮੀ ਫਰਜ਼ ਨਿਭਾਉਣ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ। ਇਹ 'ਚ ਨੌਜਵਾਨਾਂ ਦਾ ਜਾਂ ਯੂਥ ਦਾ ਕਸੂਰ ਨਹੀਂ ਹੈ। ਸਾਡੇ ਸਾਹਮਣੇ ਆ ਕਿਸਾਨ ਸੰਘਰਸ਼ ਮੌਕੇ ਇਹਨਾਂ ਨੌਜਵਾਨਾਂ ਨੇ ਹੀ ਪੂਰਾ ਯੋਗਦਾਨ ਪਾਇਆ। ਫਿਰ ਆ ਜਦੋਂ ਭਾਈ ਅਮਰਤਪਾਲ ਸਿੰਘ ਵਾਲਾ ਵਰਤਾਰਾ ਚੱਲਿਆ, ਇਲੈਕਸ਼ਨਾਂ ਜਿਤਾਈਆਂ, ਸਰਬਜੀਤ ਨੂੰ ਵੀ ਜਿਤਾਤੀ, ਖਾਲਸੇ ਨੂੰ, ਜਿਹੜਾ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਹੈ, ਇਹੀ ਸੀ। ਬਾਦਲਕਿਆਂ ਦੇ ਖਿਲਾਫ ਜਦੋਂ ਉਭਾਰ ਉੱਠਿਆ, ਜਦੋਂ ਸਰਬੱਤ ਖਾਲਸਾ ਹੋਇਆ, ਉਦੋਂ ਵੀ ਇਹੀ ਜਵਾਨੀ ਸੀ। ਪਰ ਇਸ ਮੌਕੇ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸਿੱਖ ਕੌਮ ਨੂੰ ਸਮਰਪਿਤ ਸਾਡੇ ਖਾਲਿਸਤਾਨੀ ਸੰਘਰਸ਼ ਦੇ ਯੋਧੇ ਆ, ਵੀਰ, ਉਹਨਾਂ ਨੂੰ ਡਿਸਕ੍ਰੈਡਿਟ ਕਰਨ ਦਾ ਇੱਕ ਪੂਰਾ ਪ੍ਰੋਜੈਕਟ ਚੱਲ ਰਿਹਾ ਕਿ ਇਹ ਤਾਂ ਐਵੇਂ ਤੁਰੇ ਫਿਰਦੇ ਆ, ਇਹ ਤਾਂ ਐਵੇਂ ਬੰਦੇ ਮਾਰਦੇ ਫਿਰਦੇ ਸੀ, ਇਹਨਾਂ ਨੂੰ ਕੋਈ ਅਕਲ। ਨਵੇਂ ਜਿਹੜੇ ਉੱਠੇ ਸੀ ਉਹਨਾਂ ਨੂੰ ਅਗਲਿਆਂ ਨੇ ਡਿਬਰੂਗੜ੍ਹ ਚੱਕ ਕੇ ਮਾਰਿਆ। ਪਹਿਲੋਂ ਵਾਲਿਆਂ ਨੂੰ ਡਿਸਕ੍ਰੈਡਿਟ ਕਰੀ ਜਾ ਰਹੇ ਆ। ਹੋਰ ਕੋਈ ਜਿਹੜਾ ਉੱਠਦਾ ਉਹ ਅਜੇ ਪੁੰਗਰ ਦਾ ਹੀ ਹੁੰਦਾ, ਅਗਲੇ ਤੁਰੰਤ ਉਹਦੇ ਘਰੇ 2 ਗੇੜੇ CID ਵਾਲੇ ਮਾਰਦੇ ਆ ਤੇ ਨਾਲ ਕਹਿ ਦਿੰਦੇ ਆ ਤੇਰਾ ਤਾਂ ਟੈਰਰ ਫੰਡਿੰਗ ਦਾ, ਤੈਨੂੰ ਤਾਂ ਬਾਹਰੋਂ 10,000 ਰੁਪਈਆ ਫਲਾਣੇ ਨੇ ਭੇਜਿਆ, ਤੇ ਬੰਦੇ ਡਰ ਜਾਂਦੇ ਆ। ਇਸ ਮਾਹੌਲ ਦੇ ਵਿੱਚ ਅਜਮਾਏ ਹੋਏ ਉਹ ਸਿੰਘ ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਕੌਮ ਦੀ ਆਜ਼ਾਦੀ ਦੀ ਉਸ ਮੌਕੇ ਲੜਾਈ ਦੇ ਵਿੱਚ ਯੋਗਦਾਨ ਪਾਇਆ, ਉਹਨਾਂ ਨੂੰ ਤੇ ਹੋਰ ਜਿਹੜੇ ਨਵੇਂ ਉੱਠ ਰਹੇ ਭੈਣ ਭਰਾ, ਉਹਨਾਂ ਸਾਰਿਆਂ ਨੂੰ ਰਲ ਮਿਲ ਕੇ ਕੁਝ ਸੋਚਣ ਵਿਚਾਰਨ ਦੀ ਲੋੜ ਹੈ। ਪਰ ਸਾਡਾ ਹਾਲ ਕੀ ਆ? ਸਾਡੇ ਆਲੇ ਦੁਆਲੇ ਆ ਸਰਦਾਰ ਅਜਮੇਰ ਸਿੰਘ ਆ, ਉਹਨਾਂ ਨੇ ਪਿਛਲੇ ਦਿਨੀ ਆ ਜਿਹੜਾ ਮਾਹੌਲ ਬਣਿਆ ਹੋਇਆ ਜਥੇਦਾਰਾਂ ਵਾਲਾ, ਬਾਦਲ ਧੜੇ ਵਾਲਾ, ਇਹਦੇ ਉੱਤੇ ਚਰਚਾ ਕਰਦਿਆਂ ਕੋਈ ਗੱਲ ਕਹੀ ਤੇ ਅਰਸ਼ਦੀਪ ਸਿੰਘ ਕਲੇਰ ਉਹੀ ਉਹ YouTube ਅਤੇ ਸੋਸ਼ਲ ਮੀਡੀਆ ਤੇ ਘੇਰਦਾ ਫਿਰੇ। ਫਿਰ ਅਖੀਰ ਅਜਮੇਰ ਸਿੰਘ ਜੀ ਨੂੰ ਜਵਾਬ ਦੇਣਾ ਪਿਆ ਵੀ ਤੂੰ ਹੁਣ ਕੋਰਟ ਦੇ ਵਿੱਚ ਹੀ ਕੇਸ ਕਰ ਲਾ, ਉੱਥੇ ਹੀ ਮੈਂ ਜਵਾਬ ਦੇ ਦੂੰ ਵੀ ਤੇਰੇ ਪਿਓ ਸਤਨਾਮ ਕਲੇਰ ਦੇ ਕਿਹੜੇ ਕਿਹੜੇ ਪੰਥ ਦੋਖੀਆਂ ਨਾਲ ਸੰਬੰਧ ਰਹੇ। ਪਤਾ ਤਾਂ ਸਾਰਿਆਂ ਨੂੰ ਹੀ ਆ ਵੀ ਸਵੇਦ ਸੈਣੀ ਵਰਗੇ, ਅਜੀਤ ਸਿੰਘ ਸੰਧੂ ਵਰਗੇ ਜਾਂ ਹੋਰ ਜਿੰਨੇ ਬੁੱਚੜ ਪੁਲਸੀਏ ਨੇ, ਇਹਨਾਂ ਸਾਰਿਆਂ ਦੀ ਕਾਨੂੰਨੀ ਤੌਰ ਤੇ ਬਾਂਹ ਇਹਨਾਂ ਨੇ ਫੜੀ ਤੇ ਬਾਦਲ ਧੜੇ ਨੂੰ ਇਹੀ ਚੰਗੇ ਲੱਗਦੇ ਸੀ। ਬਾਦਲ ਧੜੇ ਨੂੰ ਸੈਣੀ ਵਰਗੇ ਚੰਗੇ ਲੱਗਦੇ ਆ, ਜਹਾਰ ਆਲਮ ਵਰਗੇ ਚੰਗੇ ਲੱਗਦੇ, ਜਾਂ ਉਹਨਾਂ ਦੇ ਵਕੀਲ ਚੰਗੇ ਲੱਗਦੇ ਆ। ਕੌਮ ਪ੍ਰਸਤ, ਪੰਥ ਪ੍ਰਸਤ ਬੰਦੇ ਨੂੰ ਤਾਂ ਉਹ ਨੇੜੇ ਨਹੀਂ ਲਾ ਕੇ ਰਾਜੀ ਸੀ। ਤੇ ਅੱਜ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਹਿੰਦੇ ਆ ਜੀ ਬਾਦਲ ਧੜੇ ਵਾਲੇ ਬੜੇ ਵਧੀਆ ਨੇ। ਹੱਦ ਹੋਈ ਪਈ ਆ। ਜਿਨ੍ਹਾਂ ਨੇ ਕੌਮ ਨਾਲ ਗਦਾਰੀ ਕੀਤੀ, ਪੰਥ ਦੀ ਪਿੱਠ 'ਚ ਛੁਰਾ ਮਾਰਿਆ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜੀ ਇਹ ਬੜੇ ਵਧੀਆ। ਇੱਕ ਪਿੱਛੇ ਜੇ ਸੱਜਣ ਰੋਣ ਹੱਕਾ ਹੋਇਆ ਪਿਆ, ਕਹਿੰਦਾ ਆਪਣੀ ਕੌਮ ਘਮਾਣ ਸਿੰਘ ਐਡੀ ਕਮਲੀ ਆ ਨਾ, ਜੇ ਵੋਟਾਂ ਆ ਜਾਣ ਤੇ ਇਹਨਾਂ ਨੂੰ ਲੱਗੇ ਕਿ ਜਿਹੜੇ ਫਲਾਣੇ ਬੰਦੇ ਆ ਉਹ ਤਾਂ ਜੀ ਕਾਂਗਰਸ ਨਾਲ ਜੁੜੇ ਆ, ਉਹ ਤਾਂ ਜੀ BJP ਨਾਲ ਜੁੜੇ ਆ। ਇਹ ਕਹਿੰਦਾ ਭੰਡੀ ਪ੍ਰਚਾਰ ਬਾਦਲਕਿਆਂ ਨੇ ਕਰਨਾ ਹੈ ਤੇ ਬਾਦਲਕਿਆਂ ਨੇ ਫੇਰ ਜਿੱਤ ਜਾਣਾ ਤੇ ਜਥੇਦਾਰ ਆਪਦੀ ਮਰਜ਼ੀ ਦੇ ਲਾਉਣੇ ਆ ਤੇ ਗਾਂ ਇਸ ਤਰ੍ਹਾਂ ਚੱਲਣਾ। ਉਹ ਰੋਣ ਹੱਕਾ ਹੋਇਆ ਪਿਆ। ਇਹ ਜੇਕਰ ਸਾਡਾ ਅੱਜ ਵੀ ਬੌਧਿਕ ਜਿਹੜਾ ਆਧਾਰ ਆ ਜਾਂ ਸਾਡਾ ਮਿਆਰ ਇੱਥੇ ਕਾ ਵੀ ਅੱਜ ਫੇਰ ਜੇ ਇਲੈਕਸ਼ਨਾਂ ਹੋਣ, ਉਹੀ ਬਾਦਲ ਕੇ ਜਿਹੜੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਬਣੇ ਰਹੇ ਨੇ ਹੁਣ ਤੱਕ, ਉਹਨਾਂ ਨੇ ਜਿੱਤਣਾ ਤੇ ਫੇਰ ਭਾਈ ਗੱਲ ਜਾਂਦੀ ਕਿੱਧਰ ਨੂੰ। ਖੈਰ, ਹਮੇਸ਼ਾ ਢਾਹੂ ਗੱਲਾਂ ਜਾਂ ਰੱਦ ਕਰਨ ਵਾਲੀਆਂ ਗੱਲਾਂ ਨਹੀਂ, ਇਹ ਸਿਰਫ ਚਰਚਾ ਕਰਨ ਨੂੰ ਆਪਾਂ ਗੱਲ ਕਰਦੇ ਆ। ਸੱਚਾਈ ਜਿਹੜੀ ਆ, ਹਕੀਕਤ ਜਿਹੜੀ ਆ, ਉਹ ਇਹ ਆ ਕਿ ਸਾਡੀ ਕੌਮ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਦੀ ਲੰਘ ਰਹੀ ਆ। ਇਸ ਸੰਕਟ ਵਿੱਚ 1947 ਤੋਂ ਆਪਾਂ ਡਿਗੇ ਹੋਏ ਆ। ਇਹਦੇ ਵਿੱਚੋਂ ਨਿਕਲਣ ਦਾ ਰਾਹ ਸਾਨੂੰ ਆਪ ਲੱਭਣਾ ਪੈਣਾ। ਕਿਸੇ ਦੇਵੀ ਦੇਵਤੇ ਨੇ, ਕਿਸੇ ਰਾਮਚੰਦਰ ਕ੍ਰਿਸ਼ਨ ਨੇ, ਕ੍ਰਿਸ਼ਨ ਬਾਰੇ ਕਹਿੰਦੇ ਆ ਵੀ ਹਿੰਦੂਆਂ ਨੂੰ ਤਾਂ ਉਹਨੇ ਚਲੋ ਲਾਰਾ ਲਾਇਆ ਹੋਇਆ ਵੀ ਜਦੋਂ ਧਰਤੀ ਤੇ ਪਾਪ ਵੱਧ ਜਾਣਗੇ ਤੇ ਮੈਂ ਆਜੂ ਤੇ ਮਸਲੇ ਹੱਲ ਕਰ ਦੂੰ। ਆਪਾਂ ਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਹੋਇਆ ਨਾ ਵੀ ਭਾਈ ਤੁਸੀਂ ਆਪ ਦਾ ਕੰਮ ਆਪ ਸੰਵਾਰਨਾ। ਸੋ ਆਪਣੇ ਅੰਦਰੋਂ ਉਹ ਭਿੰਡਰਾਂ ਵਾਲਾ ਪੈਦਾ ਕਰੋ, ਉਹ ਖਾੜਕੂ ਯੋਧੇ ਪੈਦਾ ਕਰੋ, ਅੰਦਰੋਂ ਆਪਣੇ ਉਹ ਸੱਚੇ ਪਾਤਸ਼ਾਹ ਦੀ ਸ਼ਕਤੀ ਦਾ ਅਹਿਸਾਸ ਕਰੋ, ਬਾਣੀ ਤੇ ਬਾਣੇ ਨਾਲ ਜੁੜੀਏ ਤੇ ਕੌਮ ਦੀ ਆਜ਼ਾਦੀ ਦੀ ਲੜਾਈ ਨੂੰ ਅੱਗੇ ਤੋਰੀਏ। ਇੱਥੇ ਸਮਾਪਤੀ ਹੈ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।